ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਰਣਜੀਤ ਸਿੰਘ ਆਨੰਦ ਪ੍ਰੋਗਰਾਮ ਸਾਂਝਾ ਪੰਜਾਬ ਲਾਈਵ ਲੈ ਕੇ ਇੱਕ ਵਾਰੀ ਫੇਰ ਸੰਗਤਾਂ ਦੇ ਰੂਬਰੂ ਹੋ ਚੁੱਕਾ ਹੈ। ਜਿਵੇਂ ਕਿ ਆਪ ਜੀ ਦੇ ਨਾਲ ਛੋਟਾ ਜਿਹਾ ਇੱਕ ਵਾਅਦਾ ਕਰਕੇ ਜਾਈਦਾ ਹੈ, ਕਿਸੇ ਨਵੇਂ ਗੈਸਟ ਦੇ ਨਾਲ ਨਵੀਂ ਕਿਸੇ ਜਾਣਕਾਰੀ ਦੇ ਨਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਤੇ ਉਸ ਤੋਂ ਪਹਿਲਾਂ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਇੱਕ ਛੋਟੀ ਜਿਹੀ ਅਰਦਾਸ ਜਿਹੜੀ ਹੈਗੀ ਆ ਉਹ ਕੀਤੀ ਜਾਂਦੀ ਹੈ ਕਿ ਜਿਹੜੀਆਂ ਰੂਹਾਂ ਸਾਡੇ ਤੋਂ ਵਿਛੜ ਚੁੱਕੀਆਂ ਹਨ ਕਰੋਨਾ ਵਾਇਰਸ ਕਰਕੇ, ਉਹਨਾਂ ਨੂੰ ਹਮੇਸ਼ਾ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਬਲਬੁੱਧੀ ਬਖਸ਼ਿਸ਼ ਕਰੇ। ਤੇ ਇੱਕ ਛੋਟੀ ਜਿਹੀ ਅਪੀਲ ਜਿਹੜੀ ਹੈਗੀ ਆ ਕਿ ਗੌਰਮੈਂਟਾਂ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਉਹਨਾਂ ਦੀ ਪਾਲਣਾ ਜਿਹੜੀ ਹੈਗੀ ਹੈ ਕਰਨਾ ਸਾਡਾ ਫਰਜ਼ ਹੈ। ਤੇ ਉਹਨਾਂ ਪਾਲਣਾ ਦੀ ਜਿਹੜੀ ਉਲੰਘਣਾ ਅਸੀਂ ਕਰਦੇ ਹਾਂ ਤੇ ਉਹਦਾ ਨਤੀਜਾ ਜਿਹੜਾ ਹੈਗਾ ਬਹੁਤ ਭੈੜਾ ਸਾਡੇ ਸਾਹਮਣੇ ਆਉਂਦਾ ਹੈ। ਇਸ ਕਰਕੇ ਜਿੰਨਾ ਤੱਕ ਇਸ ਚੀਜ਼ ਦੀ ਬਿਮਾਰੀ ਦੀ ਜਿਹੜੀ ਹੈਗੀ ਹੈ ਕਰੋਨਾ ਵਾਇਰਸ ਦੀ ਜਿਹੜੀ ਹੈਗੀ ਹੈ ਦਵਾਈ ਨਹੀਂ ਨਿਕਲਦੀ, ਆਪਣੇ ਘਰਾਂ ਦੇ ਵਿੱਚ ਆਪਣੀ ਫੈਮਿਲੀ ਨੂੰ, ਆਪਣੇ ਸਮਾਜ ਨੂੰ, ਆਪਣੇ ਦੇਸ਼ ਨੂੰ ਇਹ ਸਹੀ ਰੱਖਣਾ ਉਹ ਤੁਹਾਡੇ ਹੱਥ ਵੱਸ ਹੁੰਦਾ ਹੈ। ਬਿਨਾਂ ਲੋੜ ਤੋਂ ਜਿਹੜਾ ਹੈਗਾ ਤੁਸੀਂ ਕਿਤੇ ਵੀ ਬਾਹਰ ਨਾ ਨਿਕਲੋ ਤਾਂ ਜੋ ਤੁਸੀਂ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਜਿਹੜੀ ਹੈਗੀ ਸੇਫਟੀ ਜਿਹੜੀ ਹੈਗੀ ਤੁਸੀਂ ਆਪ ਕਰ ਸਕੋ। ਅੱਜ ਜਿਹੜੇ ਸਾਡੇ ਗੈਸਟ ਨੇ ਜਗਜੀਤ ਸਿੰਘ ਜੀ ਤੇ ਉਹਨਾਂ ਦੀ ਪਤਨੀ ਮੀਨਾਕਸ਼ੀ ਜੀ ਅੱਜ ਸਾਡੇ ਨਾਲ ਉਹ ਆਏ ਹੋਏ ਹਨ ਤੇ ਬਹੁਤ ਹੀ ਮੈਨੂੰ ਗਰਵ ਮਹਿਸੂਸ ਹੁੰਦਾ। ਉਹ ਇਸ ਕਰਕੇ ਹੁੰਦਾ ਆ ਕਿਉਂਕਿ ਅੱਗੇ ਟੀਚਰ ਜਿਹੜੇ ਹੈਗੇ ਸੀ ਸਟੂਡੈਂਟ ਦੀ ਇੰਟਰਵਿਊ ਲੈਂਦੇ ਹੁੰਦੇ ਸਨ ਤੇ ਅੱਜ ਪਹਿਲੀ ਵਾਰੀ ਜਿਹੜਾ ਹੈਗਾ ਆ ਇਹ ਸਾਂਝਾ ਪੰਜਾਬ ਦੇ ਵਿੱਚ ਇਹ ਚੀਜ਼ ਸ਼ਾਮਲ ਹੋਈ ਆ ਕਿ ਇੱਕ ਸਟੂਡੈਂਟ ਜਿਹੜਾ ਹੈਗਾ, ਕਿਉਂਕਿ ਇਨਸਾਨ ਜਿਹੜਾ ਹੈਗਾ ਜ਼ਿੰਦਗੀ ਦੇ ਵਿੱਚ ਹਮੇਸ਼ਾ ਸਿੱਖਦਾ ਹੀ ਰਹਿੰਦਾ ਤੇ ਉਹ ਸਟੂਡੈਂਟ ਦਾ ਹੀ ਜਿਹੜਾ ਫਰਜ਼ ਜਿਹੜਾ ਹੈਗਾ ਨਿਭਾਉਂਦਾ। ਤੇ ਅੱਜ ਇੱਕ ਛੱਡ ਕੇ ਦੋ ਟੀਚਰ ਜਿਹੜੇ ਹੈਗੇ ਨੇ, ਇੱਕ ਜਿਹੜੇ ਸੀਨੀਅਰ ਸਕੂਲ ਦੇ ਟੀਚਰ ਨੇ, ਇੱਕ ਹੈਗੇ ਨੇ ਪ੍ਰਾਇਮਰੀ ਸਕੂਲ ਦੇ ਟੀਚਰ ਜਿਹੜੇ ਨੇ, ਅੱਜ ਉਹ ਸਾਡੇ ਨਾਲ ਸਟੂਡੀਓ ਦੇ ਵਿੱਚ ਆਏ ਹੋਏ ਨੇ। ਅੱਜ ਉਹਨਾਂ ਦੀ ਇੰਟਰਵਿਊ ਜਿਹੜੀ ਹੈਗੀ ਆ ਰਣਜੀਤ ਸਿੰਘ ਜਿਹੜੀ ਹੈਗੀ ਆ ਕਰੇਗਾ ਤੇ ਉਹਨਾਂ ਦੇ ਕੋਲੋਂ ਪਹਿਲਾਂ ਪੁੱਛਦੇ ਆ ਜੀ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਫਿਰ ਉਹਨਾਂ ਦੇ ਕੋਲੋਂ ਜਿਹੜੇ ਹੈਗੇ ਆ ਸਵਾਲ, ਕਿਉਂਕਿ ਮੈਨੂੰ ਵੀ ਟੀਚਰਾਂ ਨੇ ਬਹੁਤ ਜ਼ਿਆਦਾ ਦੁਖੀ ਕੀਤਾ ਹੋਇਆ ਤੇ ਅੱਜ ਉਹ ਚੀਜ਼ ਦਾ ਜਿਹੜਾ ਬਦਲਾ ਅੱਜ ਗਿਣ ਕੇ ਲੈਣਾ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਜਿਹੜਾ ਤੁਸੀਂ ਆਪਣੇ ਕੀਮਤੀ ਟਾਈਮ ਚੋਂ ਟਾਈਮ ਕੱਢ ਕੇ ਇਸ ਸਾਂਝਾ ਪੰਜਾਬ ਲਾਈਵ ਦੇ ਵਿਹੜੇ ਦੇ ਵਿੱਚ ਆਏ ਜੇ। ਤੇ ਭਾਜੀ ਉਹਨਾਂ ਦੀ ਤੇ ਇੰਟਰਵਿਊ ਪਿਛਲੇ ਇਸੇ ਹਫਤੇ ਦੇ ਵਿੱਚ ਕੀਤੀ ਸੀ ਤੇ ਬਹੁਤ ਵਧੀਆ ਜਿਹੜਾ ਹੈਗਾ ਆ ਲੋਕਾਂ ਨੇ ਪਿਆਰ ਸਤਿਕਾਰ ਦਿੱਤਾ ਤੇ ਕਾਫੀ ਮੈਸੇਜ ਵੀ ਆਏ ਹੈਗੇ। ਤੇ ਅੱਜ ਉਹਨਾਂ ਦੇ ਨਾਲ ਤੁਹਾਨੂੰ ਵੀ ਜਿਹੜਾ ਹੈਗਾ ਆ ਲੋਕਾਂ ਦੇ ਸਾਹਮਣੇ ਇੰਟਰੋਡਿਊਸ ਕੀਤਾ ਤੇ ਮੈਂ ਇੱਕ ਤੁਹਾਡੇ ਵੱਲੋਂ ਹੀ ਆਉਣਾ ਕਿ ਜਿਹੜੇ ਹੈਗੇ ਆ ਛੋਟੇ ਬੱਚਿਆਂ ਦੇ, ਤੁਸੀਂ ਪ੍ਰਾਇਮਰੀ ਸਕੂਲ ਦੇ ਟੀਚਰ ਜੇ, ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜੇ ਹੈਗੇ ਆ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਹੈਂਡਲ ਕਰਦੇ ਹੋ? ਕਿਉਂਕਿ ਅਕਸਰ ਬੱਚੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਸਮਝ ਜਿਹੜੀ ਹੈਗੀ ਆ, ਵੈਸੇ ਇੰਟੈਲੀਜੈਂਟ ਤੇ ਬਹੁਤ ਹੁੰਦੇ ਨੇ ਪਰ ਸਮਝ ਜਿਹੜੀ ਹੈਗੀ ਆ ਬਹੁਤ ਘੱਟ ਹੁੰਦੀ ਆ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਹੈਂਡਲ ਕਰਦੇ ਜੇ? ਪਹਿਲਾ ਸਵਾਲ ਹੀ ਤੁਹਾਨੂੰ ਇਹ ਆ ਛੋਟਾ ਜਿਹਾ। ਹਾਂਜੀ, ਇਹਦੇ ਵਾਸਤੇ ਜਿਵੇਂ ਮੈਂ ਪ੍ਰਾਇਮਰੀ ਸਕੂਲ ਦੀ ਟੀਚਰ ਹਾਂ ਤੇ ਅਸੀਂ ਸਕੂਲ ਜਾਂਦੇ ਆ ਜਾਂ ਫਿਰ ਸਾਡੇ ਕੋਲ ਟਿਊਟਰਿੰਗ ਵਾਸਤੇ ਬੱਚੇ ਆਉਂਦੇ ਆ, ਛੋਟੇ ਬੱਚੇ ਆਉਂਦੇ ਆ ਮੇਰੇ ਕੋਲ ਤੇ ਉਹ ਅਸੀਂ ਐਕਚੁਅਲੀ ਸਾਨੂੰ ਜਿਹੜੇ ਯੂਕੇ ਦੇ ਟੀਚਰਸ ਹੈ ਉਹਨਾਂ ਨੂੰ ਚਾਈਲਡ ਸਾਈਕੋਲੋਜੀ ਨਾਲ ਟ੍ਰੇਨਡ ਕੀਤਾ ਜਾਂਦਾ ਹੈ ਨਾ, ਚਾਈਲਡ ਸਾਈਕੋਲੋਜੀ ਬਾਰੇ ਦੱਸਿਆ ਜਾਂਦਾ ਹੈ ਕਿ ਤੁਸੀਂ ਬੱਚੇ ਦੇ ਲੈਵਲ ਤੇ ਜਾ ਕੇ, ਜਿਵੇਂ ਹੁਣ ਛੋਟਾ ਬੱਚਾ ਹੈ ਨਾ, ਅਸੀਂ ਉਹ ਆਪਣੀ ਗੱਲ ਦੱਸ ਰਿਹਾ, ਅਸੀਂ ਆਪਣੀ ਗੱਲ ਉਹਨੂੰ ਸਮਝਾ ਰਹੇ ਹਾਂ, ਅਸੀਂ ਆਪਣੇ ਲੈਵਲ ਤੇ ਗੱਲ ਕਰ ਰਹੇ ਹਾਂ, ਲੇਕਿਨ ਉਹਦੇ ਵਾਸਤੇ ਸਾਨੂੰ ਉਹਦੇ ਲੈਵਲ ਤੇ ਜਾ ਕੇ ਗੱਲ ਕਰਨੀ ਪਏਗੀ, ਉਹਨੂੰ ਉਹਦੀ ਗੱਲ ਸਮਝਣੀ ਪਏਗੀ, ਉਹਨੂੰ ਸੁਣਨਾ ਪਏਗਾ ਉਹ ਕੀ ਕਹਿਣਾ ਚਾਹ ਰਿਹਾ, ਕੀ ਉਹ ਆਪਣੀ ਗੱਲ ਸਾਡੇ ਸਾਹਮਣੇ ਰੱਖਣਾ ਚਾਹ ਰਿਹਾ, ਉਹਨੂੰ ਸੁਣ ਕੇ ਫਿਰ ਅਸੀਂ ਅੱਗੇ ਉਹਦੀ ਗੱਲ ਦਾ ਹੱਲ ਕੱਢਾਂਗੇ ਕਿ ਉਹਨੂੰ ਕਿੱਦਾਂ ਉਹਨੂੰ ਸਟੱਡੀ ਦੇ ਵਿੱਚ ਪਾਉਣਾ, ਕਿੱਦਾਂ ਉਹਦਾ ਇੰਟਰਸਟ ਲੈ ਕੇ ਆਉਣਾ ਤੇ ਉਹ ਉਸ ਹਿਸਾਬ ਨਾਲ ਫਿਰ ਅਸੀਂ ਜਿਵੇਂ ਬੱਚੇ ਦੇ ਲੈਵਲ ਦੇ ਹਿਸਾਬ ਨਾਲ ਅਸੀਂ ਚੱਲਦੇ ਹਾਂ। ਕਈ ਬੱਚੇ ਬਹੁਤ ਹੁਸ਼ਿਆਰ ਵੀ ਹੁੰਦੇ ਆ ਸਟੱਡੀ ਵਿੱਚ ਤੇ ਕਈ ਬਹੁਤ ਜ਼ਿਆਦਾ ਨਲਾਇਕ ਵੀ ਕਹਿ ਸਕਦੇ ਆ, ਵੀ ਨਲਾਇਕ ਵੀ ਹੁੰਦੇ ਆ ਹਨਾ, ਤੇ ਅਸੀਂ ਉਹ ਬੱਚੇ ਦੇ ਲੈਵਲ ਦੇ ਅਕੋਰਡਿੰਗ, ਉਹਦੇ ਲੈਵਲ ਤੇ ਜਾ ਕੇ ਉਹਦੇ ਅਕੋਰਡਿੰਗ ਅਸੀਂ ਉਹਨਾਂ ਨਾਲ ਡੀਲ ਕਰਦੇ ਹਾਂ। ਤੇ ਨਲਾਇਕਾਂ ਦੇ ਵਿੱਚ ਜੇ ਮੈਂ ਹੱਥ ਖੜਾ ਕਰ ਦਵਾਂ ਤੇ ਗਲਤ ਤਾਂ ਨਹੀਂ ਹੋ ਸਕਦਾ? ਨਹੀਂ, ਤੁਹਾਨੂੰ ਤਾਂ ਅਸੀਂ ਪੜਾਇਆ ਨਹੀਂ ਹੋਇਆ। ਦੇਖੋ ਜੀ, ਹਰ ਇੱਕ ਬੱਚੇ ਦੀ, ਹਰ ਇੱਕ ਇਨਸਾਨ ਦੀ ਆਪਣੀ ਇੱਕ ਸਕਿੱਲ ਹੁੰਦੀ ਹੈ, ਜੋ ਸਕਿੱਲ ਤੁਹਾਡੇ ਕੋਲ ਹੈਗੀ ਹੈ ਉਹ ਹੋਰ ਕਿਸੇ ਕੋਲ ਨਹੀਂ ਹੈਗੀ, ਹਨਾ। ਤੇ ਟੀਚਰ ਦਾ ਸਿਰਫ ਇਹੀ ਕੰਮ ਹੁੰਦਾ ਹੈਗਾ ਕਿ ਉਹ ਬੱਚੇ ਵਿੱਚ ਉਹ ਸਕਿੱਲ ਨੂੰ ਦੇਖਿਆ ਜਾਵੇ ਤੇ ਉਹਨੂੰ ਉਸ ਤਰ੍ਹਾਂ ਤਰਾਸ਼ਿਆ ਜਾਵੇ ਕਿ ਜੋ ਬੱਚਾ ਕਰਨਾ ਚਾਹੁੰਦਾ ਉਹਨੂੰ ਸਪੋਰਟ ਮਿਲੇ ਤੇ ਤਾਂ ਕਿ ਉਹ ਜੋ ਕਰਨਾ ਚਾਹੁੰਦਾ ਉੱਥੇ ਪਹੁੰਚ ਸਕੇ ਆਪਣੇ
ਆਪਣੀ ਮੰਜ਼ਿਲ ਤੇ, ਹਨਾ। ਬਿਲਕੁਲ। ਤੇ ਮੈਂ ਇੱਕ ਚੀਜ਼ ਹੈ ਟੀਚਰਾਂ ਲਈ, ਮੈਂ ਇੱਕ ਚੀਜ਼ ਕਰਨਾ ਚਾਹੁੰਦਾ ਕਿ ਟੀਚਰ ਜਿਹੜਾ ਹੁੰਦਾ ਆ ਇੱਕ ਉਸ ਸੁਨਿਆਰੇ ਦੀ ਤਰ੍ਹਾਂ ਹੁੰਦਾ ਆ ਜਿਹੜਾ ਕਿ ਜਿਹਨੂੰ ਸਿਰਫ ਇੱਕ ਕਹਿੰਦੇ ਨਾ ਸੋਨੇ ਦੀ ਸਿਰਫ ਢੇਲੀ ਮਿਲਦੀ ਆ ਤੇ ਉਹਨੂੰ ਤਰਾਸ਼ ਕੇ ਉਹਨੂੰ ਕੁੱਟ ਕੇ ਉਸ ਨੂੰ ਗਹਿਣਿਆਂ ਦਾ ਜਿਹੜਾ ਹੈਗਾ ਰੂਪ ਜਿਹੜਾ ਹੈਗਾ ਦਿੰਦਾ ਆ। ਜੇ ਹੀਰੇ ਦੀ ਗੱਲ ਕਰੀਏ, ਇਹ ਹੀਰਾ ਵੀ ਇੱਕ ਪੱਥਰ ਹੀ ਆ, ਉਹਨੂੰ ਵੀ ਤਰਾਸ਼ ਕੇ ਇਹ ਹੀਰੇ ਦੀ ਸ਼ਕਲ ਦਿੰਦਾ। ਭਾਜੀ ਮੈਂ ਤੁਹਾਡੇ ਵੱਲ ਨੂੰ ਆਉਣਾ ਕਿ ਇਹ ਤੁਹਾਡੇ ਜਿਹੜੇ ਹੈਗੇ ਨੇ ਬੱਚੇ ਜਿਹੜੇ ਹੈਗੇ ਨੇ ਜਿਹੜੇ ਤੁਹਾਡੇ ਤੋਂ ਪੜ੍ਹ ਕੇ ਗਏ ਹੋਏ ਨੇ ਇਸ ਵੇਲੇ ਕਿਸੇ ਜੋਬਾਂ ਦੇ ਉੱਤੇ ਵੀ ਲੱਗੇ ਹੋਣਗੇ, ਕਦੀ ਇਸ ਤਰ੍ਹਾਂ ਦਾ ਫੀਲ ਹੋਇਆ ਕਿ ਇਹ ਮਨ ਦੇ ਵਿੱਚ ਆਇਆ ਕਿ ਇਹ ਬੱਚਾ ਜਦੋਂ ਤੁਹਾਨੂੰ ਮਿਲਿਆ ਕਿਸੇ ਵੇਲੇ ਤੇ ਤੁਹਾਡੀ ਫੀਲਿੰਗ ਕਿਸ ਤਰ੍ਹਾਂ ਦੀ ਹੋਈ ਹੈ ਕਿ ਇਹ ਬੱਚਾ ਪੜ੍ਹ ਕੇ ਅੱਜ ਉਸ ਮਕਾਮ ਤੇ ਪਹੁੰਚਿਆ ਤੇ ਇਹਦੇ ਮਾਪਿਓ ਨੂੰ ਇੰਨੀ ਖੁਸ਼ੀ ਨਹੀਂ ਹੋਣੀ ਜਿੰਨੀ ਕਦੀ ਖੁਸ਼ੀ ਮੈਨੂੰ ਹੁੰਦੀ ਹੈ? ਬਿਲਕੁਲ ਜੀ, ਸਿਰਫ ਆਹੀ ਇੱਕ ਬਹੁਤ ਵੱਡਾ ਰੀਜ਼ਨ ਹੈਗਾ ਸੀ ਕਿ ਅਸੀਂ ਦੋਵਾਂ ਨੇ ਟੀਚਿੰਗ ਪ੍ਰੋਫੈਸ਼ਨ ਕਿਉਂ ਜੁਆਇਨ ਕੀਤਾ। ਹਾਂਜੀ, ਉਹ ਇਹੀ ਸੀ ਸਾਡੇ ਪਿੱਛੇ, ਸਾਡਾ ਮੋਟਿਵ ਹੈਗਾ, ਸਾਡਾ ਪੈਸ਼ਨ ਹੈਗਾ ਸੀ ਕਿ ਜਿਹੜੇ ਬੱਚੇ ਹੈਗੇ ਨੇ, ਜਦੋਂ ਇੱਕ ਬੱਚਾ ਬੌਰਨ ਹੁੰਦਾ ਹੈਗਾ ਉਹ ਇੱਕ ਸੋਨੇ ਦੀ ਤਰ੍ਹਾਂ ਹੈਗਾ ਤੇ ਉਹਨੂੰ ਅਸੀਂ ਤਰਾਸ਼ਣਾ ਹੈਗਾ, ਹਨਾ। ਤੇ ਅਸੀਂ ਆਪਣੇ ਬੱਚੇ ਪੜ੍ਹਾਉਂਦੇ ਹੈਗੇ ਆ। ਸਾਡੇ ਹਰ ਸਾਲ 5 ਤੋਂ ਲੈ ਕੇ 6 ਬੱਚੇ ਜਿਹੜੇ ਹੈਗੇ ਆ ਉਹ UK ਦੀਆਂ ਟੌਪ ਯੂਨੀਵਰਸਿਟੀਆਂ ਜਾਂਦੇ ਹੈਗੇ, ਜਿਵੇਂ ਆਕਸਫੋਰਡ ਯੂਨੀਵਰਸਿਟੀ ਹੋਈ, ਕੈਂਬਰਿਜ ਹੋਈ, ਕਿੰਗਸ ਕਾਲਜ, UCL। ਤੇ ਇਹ ਬੱਚੇ ਜਦੋਂ ਸਾਨੂੰ ਮਿਲਦੇ ਹੈਗੇ ਆ, ਕਦੀ ਵੀ ਕਿਤੇ ਬਾਹਰ ਅਸੀਂ ਜਾਂਦੇ ਹੈਗੇ ਆ, ਤੇ ਉਹ ਸਾਨੂੰ ਜੋ ਰਿਸਪੈਕਟ ਮਿਲਦੀ ਹੈਗੀ ਆ, ਜੋ ਸਾਨੂੰ ਉਹ ਥੈਂਕਸ ਕਰਦੇ ਹੈਗੇ ਆ, ਉਹਨਾਂ ਦੀ ਅੱਖਾਂ ਵਿੱਚ ਦੇਖ ਕੇ, ਉਹਨਾਂ ਦੇ ਬੋਲ ਚਾਲ ਦੇ ਸਾਨੂੰ ਇੰਨਾ ਪਤਾ ਚੱਲਦਾ ਹੈ ਕਿ ਉਹ ਕਿੰਨੇ ਸਾਨੂੰ ਥੈਂਕਫੁਲ ਹੁੰਦੇ ਕਿ ਹਾਂ ਵੀ ਸਰ ਜੀ ਜਾਂ ਮੈਡਮ ਜੀ ਤੁਹਾਡੇ ਕਰਕੇ ਜੋ ਵੀ ਅਸੀਂ ਅੱਜ ਹੈਗੇ ਆ ਉਹ ਸਿਰਫ ਤੁਹਾਡੇ ਕਰਕੇ ਹੈਗੇ ਆ। ਤੇ ਆਹ ਜਿਹੜੀ ਖੁਸ਼ੀ ਹੈਗੀ ਹੈ ਇਸ ਚੀਜ਼ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਹੈਗੇ ਕਿ ਜਦੋਂ ਬੱਚਾ ਤੁਸੀਂ ਇੱਕ ਪੜ੍ਹਾਉਂਦੇ ਹੈਗੇ ਹੋ ਤੇ ਉਹ ਕਿਸੇ ਮੁਕਾਮ ਤੇ ਪਹੁੰਚਦਾ ਹੈਗਾ, ਤੇ ਜਦੋਂ ਤੁਹਾਨੂੰ ਕਿਤੇ ਬਾਹਰੋਂ ਮਿਲਦਾ ਹੈਗਾ ਤੇ ਇੰਨੀ ਖੁਸ਼ੀ ਹੁੰਦੀ ਕਿ ਜੋ ਅਸੀਂ ਆਪ ਕਿਸੇ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ ਹੈਗੇ। ਤੇ ਮੀਨਾਕਸ਼ੀ ਜੀ, ਇੱਕ ਜੇ ਤੁਸੀਂ ਜਵਾਬ ਦੇਣਾ ਚਾਹੋ ਤੇ ਤੁਸੀਂ ਦੇ ਸਕਦੇ ਹੋ ਕਿ ਹਮੇਸ਼ਾ ਜੇ ਤੁਸੀਂ ਜਿੱਦਾਂ ਟੀਚਰ ਲਾਈਨ ਦੇ ਵਿੱਚ ਸੀ ਤੇ ਤੁਸੀਂ ਇੱਕ ਟੀਚਰ ਨੂੰ ਹੀ ਕਿਉਂ ਚੁਣਿਆ? ਤੁਸੀਂ ਬੰਦੇ ਦੀ ਹੁੰਦਾ ਕਿ ਜਦੋਂ ਵੀ ਮਾਪਿਓ ਦੇਖਦੇ ਆ ਕਿ ਬੱਚਾ ਜਿਹੜਾ ਹੈਗਾ ਜਿਹਦੇ ਨਾਲ ਆਪਣੀ ਧੀ ਨੂੰ ਤੋਰਨਾ ਕਿ ਉਹ ਇੰਜੀਨੀਅਰ ਹੋਣਾ ਚਾਹੀਦਾ, ਡਾਕਟਰ ਹੋਣਾ ਚਾਹੀਦਾ, ਕਿਉਂਕਿ ਤੁਸੀਂ ਆਲਰੇਡੀ ਟੀਚਰ ਸੀ ਮੈਰਿਜ ਤੋਂ ਪਹਿਲਾਂ ਵੀ। ਤੇ ਫਿਰ ਭਾਜੀ ਹੁਣਾਂ ਨੂੰ ਤੁਸੀਂ ਕਿਉਂ ਚੁਣਿਆ ਜਿਹੜਾ ਇਹਨਾਂ ਨੇ ਪ੍ਰੋਫੈਸ਼ਨਲ ਚੁਣਿਆ ਹੋਇਆ ਟੀਚਿੰਗ ਦਾ ਹੀ? ਜੀ ਇਹ ਤਾਂ ਦੇਖੋ ਇਸ ਤਰ੍ਹਾਂ ਕਿ ਰੱਬ ਨੇ ਬਣਾਈ ਜੋੜੀ ਹੈ ਨਾ, ਇਹ ਤਾਂ ਉੱਤੋਂ ਹੀ ਜੋੜੀਆਂ ਬਣ ਕੇ ਆਉਂਦੀਆਂ ਹੈ ਨਾ, ਤੇ ਇਹਦੇ ਵਿੱਚ ਆਪਾਂ ਨਹੀਂ ਕੁਝ ਕਰ ਸਕਦੇ ਜ਼ਿਆਦਾ। ਤੇ ਇਹ ਇੱਕ ਕੋਇਨਸੀਡੈਂਸ ਸੀ ਕਿ ਆਪਾਂ ਮਿਲੇ ਹੈ ਨਾ ਮੈਰਿਜ ਤੋਂ ਪਹਿਲਾਂ, ਤੇ ਅਸੀਂ ਦੋਵੇਂ ਹੀ ਟੀਚਰ ਸੀ, ਅਸੀਂ ਸਕੂਲ ਚ ਪੜ੍ਹਾਉਂਦੇ ਸੀਗੇ ਹੈ ਨਾ, ਤੇ ਇਕੱਠੇ, ਤੇ ਅਸੀਂ ਉੱਥੇ ਮਿਲੇ ਤੇ ਅਸੀਂ ਡਿਸਾਈਡ ਕੀਤਾ ਮੈਰਿਜ ਦਾ। ਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੀ ਅੱਗੇ ਲਾਈਫ ਸਟਾਰਟ ਕੀਤੀ। ਮੈਰਿਜ ਤੋਂ ਬਾਅਦ ਵੀ ਫਿਰ ਅਸੀਂ ਇਹ ਡਿਸਾਈਡ ਕੀਤਾ, ਉਸ ਤੋਂ ਪਹਿਲੇ ਵੀ ਅਸੀਂ ਟਿਊਸ਼ਨਸ ਕਰਦੇ ਸੀਗੇ, ਤੇ ਇਹ ਆਪਣੇ ਘਰ ਕਰਦੇ ਸੀ, ਮੈਂ ਆਪਣੇ ਘਰ ਕਰਦੀ ਸੀ ਹਨਾ। ਤੇ ਉਸ ਤੋਂ ਬਾਅਦ ਅਸੀਂ ਫਿਰ ਮੈਰਿਜ ਤੋਂ ਬਾਅਦ ਇਹ ਡਿਸਾਈਡ ਕੀਤਾ ਕਿ ਅਸੀਂ ਇਸ ਕੰਮ ਨੂੰ ਹੋਰ ਅੱਗੇ ਵਧਾਈਏ ਤੇ ਆਪਣੀ ਸਰਵਿਸ ਸਾਰੇ ਲੋਕਾਂ ਤੱਕ ਪਹੁੰਚਾਈਏ। ਸਾਡਾ ਬਸ ਆਹੀ ਹੈਗਾ ਸੀ ਕਿ ਹੁਣ ਹਾਂਜੀ ਸਾਡਾ ਇਹੀ ਹੈਗਾ ਸੀ ਕਿ ਹੁਣ 1 ਤੇ 1 11 ਹੋ ਗਏ ਆ, ਹੁਣ 2 ਟੀਚਰ ਇੱਕ ਜਗ੍ਹਾ ਇਕੱਠੇ ਹੋ ਗਏ ਆ, ਤੇ ਕਿਉਂ ਨਾ ਇਸ ਜਿਹੜਾ ਉਪਰਾਲਾ ਹੈਗਾ ਇਹਨੂੰ ਹੋਰ ਅੱਗੇ ਵਧਾਇਆ ਜਾਵੇ ਤੇ ਹੋਰ ਕਮਿਊਨਿਟੀ ਸਰਵਿਸ ਕੀਤੀ ਜਾਵੇ ਹਨਾ। ਸਾਡਾ ਇਹ ਹੈਗਾ ਸੀ ਇਹਦੇ ਪਿੱਛੇ ਮੋਟਿਵ। ਬਿਲਕੁਲ ਬਿਲਕੁਲ। ਤੇ ਪਿੱਛੋਂ ਕਿਹੜੀ ਜਗ੍ਹਾ ਤੋਂ ਜੇ ਤੁਸੀਂ? ਚੰਡੀਗੜ੍ਹ ਤੋਂ। ਚੰਡੀਗੜ੍ਹ ਤੋਂ। ਤੇ ਚੰਡੀਗੜ੍ਹ 'ਚ ਵੀ ਤੁਸੀਂ ਜਿਹੜੀ ਹੈਗੀ ਇਹੀ ਸਰਵਿਸ ਤੁਸੀਂ ਕੀਤੀ ਹੈ ਸਕੂਲ ਦੇ ਵਿੱਚ, ਕਿ ਜਾਂ ਇੱਥੇ ਆ ਕੇ ਹੀ ਸੋਚਿਆ ਕਿ ਇਸ ਨੂੰ ਚੀਜ਼ ਨੂੰ ਕੈਰੀ ਔਨ ਕਰਨਾ, ਅੱਗੇ ਵਧਾਉਣਾ? ਹਾਂਜੀ ਬਿਲਕੁਲ, ਅਸੀਂ ਉੱਥੇ ਮੇਰੀ ਬਿਲਕੁਲ ਐਜੂਕੇਸ਼ਨ ਸਾਰੀ ਉੱਧਰ ਦੀ ਹੈਗੀ ਹੈ ਹਨਾ, ਤੇ ਉੱਥੇ ਵੀ ਮੈਂ ਆਪਣੀ ਸਟੱਡੀ ਕੰਪਲੀਟ ਕਰਕੇ ਤੇ ਟਿਊਟਰਿੰਗ ਦਾ ਕੰਮ ਕੀਤਾ ਹੈਗਾ। ਤੇ ਉਸ ਤੋਂ ਬਾਅਦ ਜੌਬ 'ਚ ਜਦ ਅਸੀਂ ਜੌਬ 'ਚ ਸੀਗੇ ਤੇ ਅਸੀਂ ਦੋਵੇਂ ਮਿਲੇ ਇੱਕ ਦੂਜੇ ਨਾਲ, ਤੇ ਫਿਰ ਉਦੋਂ ਅਸੀਂ ਮਤਲਬ ਜਿਵੇਂ ਅੱਗੇ ਮੈਰਿਜ ਦਾ ਡਿਸਾਈਡ ਕੀਤਾ ਤੇ ਅਸੀਂ ਇੱਧਰ ਆਏ, ਤੇ ਆ ਕੇ ਅਸੀਂ ਇੱਧਰ ਵੀ ਇਹ ਕੰਮ ਸਟਾਰਟ ਕੀਤਾ, ਇਸੇ ਚੀਜ਼ ਨੂੰ ਕੰਟੀਨਿਊ ਰੱਖਿਆ। ਠੀਕ ਠੀਕ। ਤੇ ਕਿਤੇ ਨਾ ਕਿਤੇ ਤੁਹਾਨੂੰ ਕਿੱਥੇ ਕਮੀ ਜਿਹੜੀ ਹੈਗੀ ਆ ਮਹਿਸੂਸ ਹੁੰਦੀ ਹੈ ਕਦੀ ਸਾਹਮਣੇ ਤੁਹਾਡੇ, ਜਾਂ ਤੁਹਾਨੂੰ ਫੇਸ ਕਰਨੀ ਪਈ ਹੈ ਕਿ ਇੰਡੀਆ ਦਾ ਬੱਚਿਆਂ ਦਾ ਜਿਹੜਾ ਹੈਗਾ ਆ ਇਹ ਡਿਫਰੈਂਸ, ਜਾਂ ਇੱਥੇ ਦੇ ਬੱਚਿਆਂ ਦਾ ਕੀ ਡਿਫਰੈਂਸ ਹੈ ਦੋਨਾਂ ਦੇ ਵਿੱਚ? ਕਿ ਇੰਟੈਲੀਜੈਂਟ ਜੇ ਇੰਡੀਆ ਦੇ ਹਿਸਾਬ ਨਾਲ ਕਰੀਏ ਤਾਂ ਇੰਟੈਲੀਜੈਂਟ ਇੰਡੀਆ ਦੇ ਹਿਸਾਬ ਨਾਲ ਉਹ ਇੰਟੈਲੀਜੈਂਟ ਨੇ, UK ਦੇ ਹਿਸਾਬ ਨਾਲ UK ਦੇ ਬੱਚੇ ਇੰਟੈਲੀਜੈਂਟ ਨੇ, ਕਿਉਂਕਿ ਦੋਨਾਂ ਦੀਆਂ ਜਿਹੜੀਆਂ ਪੜ੍ਹਾਈਆਂ ਦੇ ਵਿੱਚ ਮੈਨੂੰ ਪਤਾ ਆ ਕਿ ਕਾਫੀ ਡਿਫਰੈਂਸ ਹੈ। ਤੇ ਕਦੀ ਇਹ ਚੀਜ਼ ਦੀ ਵੀ ਤੁਹਾਨੂੰ ਮੁਸ਼ਕਲ ਜਿਹੜੀ ਫੇਸ ਕਰਨੀ ਪਈ? ਹਾਂਜੀ,
ਇਹ ਜਿਹੜਾ ਸਵਾਲ ਹੈਗਾ ਇਹਦਾ ਜਿਹੜਾ ਇੱਕ ਆਨਸਰ ਇਹ ਹੈਗਾ ਕਿ ਜੇ ਆਪਾਂ ਕੰਪੇਅਰ ਕਰੀਏ ਤੇ ਕੰਪੈਰੀਜ਼ਨ ਕੋਈ ਵੀ ਨਹੀਂ ਹੈਗਾ। ਜਿਹੜੇ ਇੰਡੀਆ ਦੇ ਬੱਚੇ ਹੈਗੇ ਨੇ ਉਹ ਇੰਡੀਆ ਦੇ ਸਿਸਟਮ ਵਿੱਚ ਬਹੁਤ ਮਿਹਨਤ ਕਰਦੇ ਨੇ, ਉੱਥੇ ਅੱਗੇ ਜਾਂਦੇ ਹੈਗੇ ਨੇ। ਜੋ ਇੱਥੇ ਦੇ ਬੱਚੇ ਹੈਗੇ ਨੇ ਉਹ ਇੱਥੋਂ ਸਿਸਟਮ ਵਿੱਚ ਮਿਹਨਤ ਕਰਦੇ ਹੈਗੇ ਤੇ ਉਹ ਅੱਗੇ ਜਾਂਦੇ ਹੈਗੇ ਨੇ। ਸੋ ਇਹ ਡਿਪੈਂਡ ਕਰਦਾ ਹੈਗਾ ਕਿ ਬੱਚਾ ਕਿੰਨਾ ਮਿਹਨਤੀ ਹੈਗਾ ਤੇ ਉਹਨੂੰ ਟੀਚਰਸ ਵੱਲੋਂ ਤੇ ਉਹਨੂੰ ਪੇਰੈਂਟਸ ਵੱਲੋਂ ਕਿੰਨੀ ਸਪੋਰਟ ਮਿਲਦੀ ਹੈਗੀ ਹੈ। ਇੰਡੀਆ ਦੇ ਬੱਚੇ ਨੇ ਉੱਥੇ ਮਿਹਨਤ ਕਰਦੇ ਹੈਗੇ ਨੇ ਤੇ ਉੱਥੇ ਉਹ ਆਪਣੇ ਵੱਡੇ ਵੱਡੇ ਅਹੁਦਿਆਂ ਤੇ ਜਾਂਦੇ ਹੈਗੇ, ਵਧੀਆ ਲਾਈਫ ਕਰਦੇ ਹੈਗੇ ਆ। ਤਾਂ ਸੇਮ ਜਿਹੜੀ ਚੀਜ਼ ਹੈਗੀ ਉਹ ਵੀ ਇੱਥੇ ਅਪਲਾਈ ਹੁੰਦੀ ਹੈਗੀ ਆ ਕਿ ਇੱਥੇ ਜਿਹੜਾ ਬੱਚਾ ਹੈਗਾ ਉਹ ਇਸ ਸਿਸਟਮ 'ਚ ਰਹਿ ਕੇ ਮਿਹਨਤ ਕਰਦਾ ਹੈਗਾ ਤੇ ਉਹ ਵੀ ਸੇਮ ਉੱਦਾਂ ਹੀ ਆਪਣੀ ਮੇਨ ਆਪਣਾ ਕਿਸੇ ਵੀ ਐਜੂਕੇਸ਼ਨ ਦਾ ਇੱਕ ਫੁੱਲ ਮੋਟਿਵ ਹੁੰਦਾ ਹੈਗਾ, ਅਲਟੀਮੇਟ ਗੋਲ ਹੁੰਦਾ ਹੈਗਾ ਕਿ ਅਸੀਂ ਟੀਚਰ ਨੇ ਬੱਚੇ ਨੂੰ ਇੱਕ ਅੱਛਾ ਸਿਟੀਜ਼ਨ ਬਣਾਉਣਾ ਹੁੰਦਾ। ਹਾਂਜੀ, ਜੌਬਸ ਹੁੰਦੀਆਂ ਨੇ ਉਹ ਉਹਦੇ ਨਾਲ ਆਉਂਦੀਆਂ ਨੇ। ਐਜ਼ ਲੌਂਗ ਐਜ਼ ਕੋਈ ਵੀ ਐਜੂਕੇਸ਼ਨ ਹੈਗੀ ਉਹਦਾ ਸਿਰਫ ਇੱਕ ਮਤਲਬ ਹੁੰਦਾ ਹੈ ਕਿ ਅਸੀਂ ਬੱਚੇ ਨੂੰ ਇੱਕ ਚੰਗਾ ਸਿਟੀਜ਼ਨ ਬਣਾਉਣਾ ਹੈਗਾ ਤੇ ਉਹ ਭਾਵੇਂ ਇੰਡੀਆ ਹੈਗਾ, ਭਾਵੇਂ ਅਮਰੀਕਾ ਹੈਗਾ ਤੇ ਭਾਵੇਂ UK ਹੈਗਾ। ਜਦੋਂ ਤੱਕ ਬੱਚੇ ਮਿਹਨਤ ਕਰ ਰਹੇ ਨੇ, ਟੀਚਰਸ ਮਿਹਨਤ ਕਰ ਰਹੇ ਹੈਗੇ ਤੇ ਅਲਟੀਮੇਟ ਗੋਲ ਜਿਹੜਾ ਹੈਗਾ ਕਿਸੇ ਵੀ ਐਜੂਕੇਸ਼ਨ ਦਾ ਜਾਂ ਪੇਰੈਂਟਸ ਦਾ ਬੱਚਿਆਂ ਦਾ ਸੇਮ ਹੀ ਹੁੰਦਾ ਹੈਗਾ। ਤੇ ਛੋਟੇ ਬੱਚਿਆਂ ਵੱਲ ਮੀਨਾਕਸ਼ੀ ਜੀ ਤੁਹਾਡੇ ਵੱਲੋਂ ਹੋਣਾ ਕਿ ਛੋਟੇ ਬੱਚੇ ਜਿਹੜੇ ਹੈਗੇ ਨੇ ਅਕਸਰ ਜਿਹੜੇ ਹੈਗੇ ਨੇ ਘਰਾਂ ਦੇ ਵਿੱਚ ਮਸਤੀ ਜਿਹੜੀ ਹੈਗੀ ਆ ਬਹੁਤ ਕਰਦੇ ਨੇ, ਜਾਂ ਸ਼ਰਾਰਤੀ ਬੱਚੇ ਜਿਹੜੇ ਹੁੰਦੇ ਨੇ ਜਦੋਂ ਕਲਾਸਰੂਮ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਹੈਂਡਲ ਕਰਨ ਲੱਗਿਆ ਵੀ ਕਦੀ ਤੁਹਾਨੂੰ ਕਦੀ ਕੋਈ ਪ੍ਰੋਬਲਮ ਆਈ ਆ ਜਾਂ ਕਦੀ ਤੁਸੀਂ ਪੇਰੈਂਟਸ ਨੂੰ ਜਿਹੜੀ ਹੈਗੀ ਆ ਉਹਨਾਂ ਦੀ ਸ਼ਿਕਾਇਤ ਲਾਈ ਆ ਕਿ ਮਤਲਬ ਕਿ ਇਹ ਬੱਚੇ ਤੁਹਾਡੇ ਬਹੁਤ ਸ਼ਰਾਰਤ ਕਰਦੇ ਆ, ਇਹਨਾਂ ਨੂੰ ਥੋੜਾ ਜਿਹਾ ਘਰ ਦੇ ਵਿੱਚ ਜਿਹੜਾ ਹੈਗਾ ਆ ਡਿਸਪਲਿਨ ਰੱਖੋ, ਇਹਨਾਂ ਦੇ ਉੱਤੇ ਥੋੜੀ ਸਖਤਾਈ ਕਰੋ, ਇਸ ਤਰ੍ਹਾਂ ਦੀ ਵੀ ਕੋਈ ਹੋਇਆ ਤੁਹਾਡੇ ਨਾਲ? ਨਹੀਂ ਏਦਾਂ ਦੀ ਹਾਂਜੀ ਆਂਦੀ ਹੈ, ਕਈ ਬੱਚੇ ਬਹੁਤ ਜ਼ਿਆਦਾ ਸ਼ਰਾਰਤੀ ਹੁੰਦੇ ਆ, ਏਦਾਂ ਦੀ ਆਂਦੀ ਹੈ ਪ੍ਰੋਬਲਮ। ਪਰ ਉਹਨੂੰ ਅਸੀਂ ਜ਼ਿਆਦਾਤਰ ਇਹੀ ਕਰਦੇ ਹਾਂ ਕਿ ਅਸੀਂ ਆਪਣੇ ਲੈਵਲ ਤੇ ਹੀ ਡੀਲ ਕਰੀਏ, ਪੇਰੈਂਟਸ ਨੂੰ ਦੱਸਣ ਤੋਂ ਪਹਿਲੇ। ਹਾਂ, ਜਦ ਬਹੁਤ ਜ਼ਿਆਦਾ ਕੰਮ ਕਹਿੰਦੇ ਵੱਧ ਜਾਂਦਾ ਹੈ ਉਦੋਂ ਅਸੀਂ ਪੇਰੈਂਟਸ ਨਾਲ ਗੱਲ ਕਰਦੇ ਹਾਂ ਤੇ ਅਦਰਵਾਈਜ਼ ਅਸੀਂ ਆਪਣੇ ਲੈਵਲ ਤੇ ਹੀ ਉਹਨੂੰ ਟੈਕਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਉਹਨੂੰ ਕਿਸ ਤਰ੍ਹਾਂ ਟੈਕਲ ਕਰ ਸਕਦੇ ਹਾਂ। ਉਹਦਾ ਰੀਜ਼ਨ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਵੀ ਉਹਦਾ ਰੀਜ਼ਨ ਕੀ ਹੈ, ਬੱਚਾ ਕਿਉਂ ਇੰਨਾ ਜ਼ਿਆਦਾ ਬਿਹੇਵ ਨਹੀਂ ਕਰ ਰਿਹਾ ਠੀਕ, ਤੇ ਅਸੀਂ ਆਪਣੇ ਲੈਵਲ ਤੇ ਪਹਿਲੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਮੇਨ ਜੋ ਇੱਥੇ ਜਿੰਨੇ ਵੀ ਟੀਚਰਸ ਹੈਗੇ UK ਵਿੱਚ ਜਾਂ ਕਿਤੇ ਹੋਰ ਵੀ ਕਿਸੇ ਕੰਟਰੀਆਂ 'ਚ ਹੁੰਦੇ ਆ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਹੈਗੀ ਚਾਈਲਡ ਸਾਈਕੋਲੋਜੀ ਉੱਤੇ। ਤੇ ਉਹਨਾਂ ਨੂੰ ਹਮੇਸ਼ਾ ਇਹ ਟ੍ਰੇਨ ਕੀਤਾ ਜਾਂਦਾ ਹੈਗਾ ਕਿ ਜੇ ਬੱਚਾ ਮਿਸਬਿਹੇਵ ਕਰ ਰਿਹਾ ਹੈਗਾ ਕੋਈ ਤੇ ਉਹਨੂੰ ਤੁਸੀਂ ਡਾਂਟ ਕੇ ਚੁੱਪ ਨਹੀਂ ਕਰਾਉਣਾ ਹੈਗਾ, ਉਹਨੂੰ ਤੁਸੀਂ ਇਹ ਦੇਖਣਾ ਕਿ ਜੋ ਬੱਚਾ ਮਿਸਬਿਹੇਵ ਕਰ ਰਿਹਾ ਤੇ ਉਹਦੇ ਪਿੱਛੇ ਰੀਜ਼ਨ ਕੀ ਹੈਗਾ। ਉਹਦੇ ਪਿੱਛੇ ਰੀਜ਼ਨਸ ਹੋ ਸਕਦੇ ਨੇ ਕਿ ਸ਼ਾਇਦ ਉਹਦੇ ਘਰੇ ਕੋਈ ਪ੍ਰੋਬਲਮ ਹੈਗੀ ਹੈ, ਜਾਂ ਫਿਰ ਜਿਹੜਾ ਤੁਸੀਂ ਉਹਨੂੰ ਕੋਈ ਕੰਮ ਦਿੱਤਾ ਹੈਗਾ ਉਹ ਉਹਨੂੰ ਬਹੁਤ ਮੁਸ਼ਕਿਲ ਲੱਗ ਰਿਹਾ ਤੇ ਉਹਦਾ ਇੰਟਰਸਟ ਨਹੀਂ ਬਣ ਪਾ ਰਿਹਾ, ਜਾਂ ਫਿਰ ਜੋ ਕੰਮ ਤੁਸੀਂ ਉਹਨੂੰ ਦਿੱਤਾ ਹੈਗਾ ਉਹ ਬਹੁਤ ਈਜ਼ੀ ਲੱਗ ਰਿਹਾ ਉਹਨੂੰ ਤੇ ਉਹ ਕੰਮ ਫਿਨਿਸ਼ ਕਰਕੇ ਹੁਣ ਫ੍ਰੀ ਬੈਠੇ ਤੇ ਉਹਨੇ ਸ਼ਰਾਰਤਾਂ ਕਰਨੀਆਂ ਹੈਗੀਆਂ ਨੇ। ਸੋ ਇਸ ਕਰਕੇ ਇੱਕ ਇੱਥੇ UK ਪੂਰੇ ਸਿਸਟਮ ਵਿੱਚ ਇੱਕ ਚੀਜ਼ ਜਿਹਨੂੰ ਆਪਾਂ ਕਹਿੰਦੇ ਹਾਂ ਡਿਫਰੈਂਸ਼ੀਏਸ਼ਨ, ਉਹ ਬਹੁਤ ਜ਼ਿਆਦਾ ਪਪੂਲਰ ਹੈਗੀ ਟੀਚਰਸ ਵਿੱਚ। ਕਿ ਅਸੀਂ ਜਦੋਂ ਵੀ ਇੱਕ ਲੈਸਨ ਤਿਆਰ ਕਰੀਦਾ ਹੈਗਾ ਜਾਂ ਅਸੀਂ ਸਾਡੇ 30 ਬੱਚੇ ਦੀ ਕਲਾਸ ਹੈਗੀ ਹੈ, 20 ਬੱਚਿਆਂ ਦੀ ਕਲਾਸ ਹੈਗੀ ਹੈ, ਤੇ ਅਸੀਂ ਉਸ ਕਲਾਸ ਵਿੱਚ ਜਿਹੜਾ ਅਸੀਂ ਕੰਮ ਕਰਾਉਂਦੇ ਹੈਗੇ ਆ ਉਹ ਵੱਖਰਾ ਵੱਖਰਾ ਹੁੰਦਾ। ਉਹ 3 ਜਾਂ 4 ਤਰੀਕਿਆਂ ਦਾ ਕੰਮ ਹੁੰਦਾ ਇੱਕੋ ਟੌਪਿਕ ਦੇ ਉੱਪਰ। ਜਿਹੜੇ ਬੱਚੇ ਥੋੜੇ ਲੋ ਲੈਵਲ ਦੇ ਹੁੰਦੇ ਆ ਉਹਨਾਂ ਨੂੰ ਅਸੀਂ ਥੋੜਾ ਈਜ਼ੀ ਕੰਮ ਦੇਈਦਾ ਤਾਂ ਕਿ ਉਹਨਾਂ ਦਾ ਇੰਟਰਸਟ ਬਣਿਆ ਰਹੇ। ਜਿਹੜੇ ਬੱਚੇ ਥੋੜੇ ਹਾਈ ਲੈਵਲ ਦੇ ਹੈਗੇ ਉਹਨਾਂ ਨੂੰ ਅਸੀਂ ਥੋੜਾ ਡਿਫਿਕਲਟ ਕੰਮ ਦੇਈਦਾ ਹੈਗਾ ਤਾਂ ਕਿ ਉਹਨਾਂ ਦਾ ਇੰਟਰਸਟ ਵੀ ਬਣਿਆ ਰਹੇ। ਤੇ ਜਿਹੜੇ ਬੱਚੇ ਐਕਸਟਰਾ ਇੰਟੈਲੀਜੈਂਟ ਹੁੰਦੇ ਨੇ ਜਦੋਂ ਆਪਣਾ ਕੰਮ ਫਿਨਿਸ਼ ਕਰ ਲੈਂਦੇ ਨੇ ਤੇ ਅਸੀਂ ਉਹਨਾਂ ਨੂੰ ਇਹ ਕਹੀਦਾ ਹੈਗਾ ਕਿ ਤੁਸੀਂ ਹੁਣ ਜਾ ਕੇ ਬਾਕੀ ਬੱਚਿਆਂ ਦੀ ਹੈਲਪ ਕਰਨੀ ਹੈਗੀ ਹੈ ਕਿ ਤੁਸੀਂ ਬੱਚੇ ਨੂੰ ਵੇਲਾ ਜਦੋਂ ਬੈਠਣ ਦਾ ਮੌਕਾ ਦੇਤਾ ਤੇ ਉਹਦੇ ਮਨ 'ਚ ਸ਼ਰਾਰਤ ਆਣੀ ਹੈਗੀ ਹੈ। ਸੋ ਮੇਨ ਜੋ ਇੱਥੇ ਜੋ ਬੱਚੇ ਜੋ ਟੀਚਰਸ ਟ੍ਰੇਨ ਕੀਤੇ ਜਾਂਦੇ ਹੈਗੇ ਆ ਉਹ ਹੈਗਾ ਕਿ ਤੁਸੀਂ ਬੱਚੇ ਦੀ ਚਾਈਲਡ ਸਾਈਕੋਲੋਜੀ ਵੱਲ ਧਿਆਨ ਦੇਣਾ ਹੈਗਾ। ਤੁਸੀਂ ਬੱਚੇ ਨਾਲ ਗੱਲ ਕਰਕੇ ਇਹ ਜਾਣਨਾ ਹੈਗਾ ਕਿ ਬੱਚੇ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈਗਾ ਤੇ ਫਿਰ ਉਸ ਲੈਵਲ ਤੇ ਆ ਕੇ ਉਹਦੀ ਪ੍ਰੋਬਲਮ ਸੋਲਵ ਕੀਤੀ ਜਾਵੇ ਤਾਂ ਕਿ ਉਹ ਤੁਹਾਨੂੰ ਰਿਸਪੈਕਟ ਕਰੇ ਤੇ ਉਹਦਾ ਬਿਹੇਵੀਅਰ ਦਾ ਇਸ਼ੂ ਖਤਮ ਹੋਵੇ। ਬਿਲਕੁਲ। ਤੇ ਨਾਲ ਹੀ ਇੱਕ ਚੀਜ਼ ਇੱਥੇ ਹੋਰ ਇੱਕ ਸਵਾਲ ਜਿਹੜਾ ਹੈਗਾ ਪੈਦਾ ਹੁੰਦਾ ਹੈ ਕਿ ਜਿਹੜੇ ਬੱਚੇ ਜਿਹੜੇ ਹੈਗੇ ਆ ਇਹ ਤੁਹਾਡੀ ਗੱਲ ਨਹੀਂ ਮੰਨਦੇ ਹੈਗੇ, ਪੇਰੈਂਟਸ ਦੀ ਗੱਲ ਨਹੀਂ ਮੰਨਦੇ ਹੈਗੇ, ਤੇ ਉਹਨਾਂ ਵਾਸਤੇ ਫਿਰ ਤੁਹਾਡਾ ਤਰੀਕਾ ਕੀ ਹੁੰਦਾ ਹੈ ਕਿ ਕਲਾਸਰੂਮ ਦੇ ਵਿੱਚ ਵੀ ਆ ਕੇ ਉਹਨਾਂ ਨੇ ਮਸਤੀ ਕਰਨੀ ਆ ਜਾਂ ਰਿਸਪੈਕਟ ਜਿਹੜੀ ਹੈਗੀ ਜੋ ਟੀਚਰ ਦੀ ਬਣਦੀ ਹੈਗੀ ਆ ਟੀਚਰ ਨੂੰ ਨਹੀਂ ਦੇਣੀ ਹੈਗੀ, ਆਪਣੇ ਆਪ ਦੇ ਵਿੱਚ ਉਹਨੇ ਰਹਿਣਾ, ਤੇ ਉਹਦੇ ਵਾਸਤੇ ਵੀ ਕੋਈ ਸਪੈਸ਼ਲ ਚੀਜ਼ ਕੋਈ ਸਕੂਲ ਵੱਲੋਂ ਜਾਂ ਕੋਈ ਨਾ ਕੋਈ ਟੀਚਰ ਵੱਲੋਂ ਕੋਈ ਕੀਤੀ ਜਾਂਦੀ ਹੈ, ਕੋਈ ਉਹਦੇ ਵਾਸਤੇ ਖਾਸ ਟਾਈਮ ਜਿਹੜਾ ਉਹਦੇ ਤੇ ਲਾਇਆ ਜਾਵੇ? ਦੇਖੋ ਹਰ ਇੱਕ ਸਕੂਲ ਦੇ ਵਿੱਚ ਇੱਕ ਪੂਰੀ ਬਿਹੇਵੀਅਰ ਪਾਲਿਸੀ ਹੁੰਦੀ ਹੈਗੀ ਹੈ ਤੇ ਉਹਦੇ ਚ ਜਿਹੜਾ ਮੇਨ ਰੋਲ ਹੁੰਦਾ ਹੈਗਾ ਉਹ ਕਲਾਸਰੂਮ ਟੀਚਰ ਦਾ ਹੁੰਦਾ ਹੈਗਾ। ਤੇ ਉਹੀ ਜਿਵੇਂ ਹੁਣ ਮੈਂ ਗੱਲ ਦੱਸੀ ਸੀ ਕਿ ਕੋਈ ਬੱਚਾ ਮਿਸਬਿਹੇਵ ਕਰ ਰਿਹਾ ਤੇ ਹਮੇਸ਼ਾ ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਹੋਏਗਾ।
ਤੇ ਪਹਿਲਾਂ ਸਾਡਾ ਟੀਚਰ ਜਿਹੜਾ ਹੈਗਾ ਉਹ ਬੱਚੇ ਨਾਲ ਗੱਲਬਾਤ ਕਰਕੇ ਉਸ ਰੀਜ਼ਨ ਨੂੰ ਫਾਈਂਡ ਆਊਟ ਕਰਨ ਦੀ ਅਸੀਂ ਕੋਸ਼ਿਸ਼ ਕਰੀਦੀ ਹੈਗੀ ਹੈ। ਤੇ ਉਸ ਤੋਂ ਬਾਅਦ ਜੋ ਟੀਚਰ ਕਰ ਸਕਦਾ ਹੈਗਾ, ਫਿਰ ਐਕਸਟਰਾ ਹੈਲਪ ਵਾਸਤੇ ਸਾਡੀ ਪੈਸਟੋਰਲ ਟੀਮ ਹੁੰਦੀ ਹੈਗੀ ਸਕੂਲ ਦੇ ਵਿੱਚ, ਤੇ ਅਸੀਂ ਪੈਸਟੋਰਲ ਟੀਮ ਨੂੰ ਇਨਵੋਲਵ ਕਰੀਦਾ ਹੈਗਾ। ਜਿਹੜੇ ਸਾਡੇ ਹੈਡ ਆਫ ਡਿਪਾਰਟਮੈਂਟਸ ਹੈਗੇ ਨੇ ਜਾਂ ਹੋਰ ਜਿਹੜੇ ਸਾਡੇ ਟੀਚਰ ਕੰਮ ਕਰਦੇ ਹੈਗੇ ਨੇ, ਅਸੀਂ ਸਾਰਿਆਂ ਨੂੰ ਇਨਵੋਲਵ ਕਰਦੇ, ਸਾਰਿਆਂ ਨਾਲ ਗੱਲ ਕਰਦੀ ਹੈਗੀ ਵੀ ਆਹ ਜਿਹੜਾ ਬੱਚਾ ਹੈਗਾ ਇਹ ਮੇਰੀ ਕਲਾਸ 'ਚ ਮਿਸਬਿਹੇਵ ਕਰ ਰਿਹਾ, ਤੁਹਾਡੀ ਕਲਾਸ 'ਚ ਕਿੱਦਾਂ ਚੱਲਦਾ ਹੈਗਾ। ਤੇ ਅਸੀਂ ਆਈਡੀਆ ਸ਼ੇਅਰ ਕਰਦੇ ਹੈਗੇ ਆ। ਜਾਂ ਇੱਕ ਬੱਚਾ ਹੈਗਾ ਉਹਨੂੰ 10 ਟੀਚਰ ਪੜ੍ਹਾਉਂਦੇ ਪੈਣ ਤੇ ਉਹ 10 ਦੇ 10 ਟੀਚਰ ਬੈਠਦੇ ਨੇ ਇਕੱਠੇ, ਤੇ ਉਹ ਆਪਣੇ ਆਈਡੀਆਜ਼, ਆਪਣੀਆਂ ਸਟ੍ਰੈਟਜੀਜ਼ ਉਹ ਸ਼ੇਅਰ ਕਰਦੇ ਹੈਗੇ ਨੇ। ਤੇ ਐਦਾਂ ਅਸੀਂ ਜਿਹੜਾ ਬਿਹੇਵੀਅਰ ਹੈਗਾ ਉਹ ਰਿਜ਼ੋਲਵ ਕਰੀਦਾ ਹੈਗਾ। ਕਿਉਂਕਿ ਮੋਸਟਲੀ ਯੂਕੇ ਸਕੂਲ ਵਿੱਚ ਨੋ ਸ਼ਾਊਟਿੰਗ ਪੋਲਿਸੀ ਹੈਗੀ ਹੈ ਕਿ ਸ਼ਾਊਟ ਕਰਨ ਨਾਲ ਜਿਹੜਾ ਹੈਗਾ ਉਹ ਬਿਹੇਵੀਅਰ ਕਦੀ ਵੀ ਇੰਪਰੂਵ ਨਹੀਂ ਹੁੰਦਾ। ਬਿਹੇਵੀਅਰ ਸਿਰਫ ਥੋੜੀ ਦੇਰ ਲਈ ਦਬਦਾ ਹੈਗਾ, ਪਰ ਉਹ ਦੁਬਾਰਾ ਫਿਰ ਇੱਕ ਵੱਡੀ ਸ਼ੇਪ 'ਚ ਆ ਕੇ ਬਾਅਦ 'ਚ ਉਹ ਨਿਕਲਦਾ ਹੈਗਾ। ਸੋ ਮੇਨਲੀ ਜੋ ਸਾਡਾ ਇੱਕ ਟਾਰਗੇਟ ਹੁੰਦਾ ਹੈਗਾ ਕਿ ਬੱਚੇ ਦੀ ਉਹ ਜੋ ਪ੍ਰੋਬਲਮ ਹੈਗੀ ਹੈ, ਜੋ ਮਿਸਬਿਹੇਵ ਕਰ ਰਿਹਾ ਹੈ, ਉਹਦੇ ਪਿੱਛੇ ਪ੍ਰੋਬਲਮ ਲੱਭੀ ਜਾਵੇ ਤੇ ਉਸ ਪ੍ਰੋਬਲਮ ਨੂੰ ਸੋਲਵ ਕੀਤਾ ਜਾਵੇ ਸਕੂਲ ਦੇ ਵਿੱਚ। ਇਹ ਮੇਰੇ ਖਿਆਲ ਸਾਰਿਆਂ ਨਾਲੋਂ ਬੈਸਟ ਪੁਆਇੰਟ ਹੈਗਾ ਇੱਥੇ। ਬਿਲਕੁਲ ਜੀ, ਬਿਲਕੁਲ। ਤੇ ਭਾਜੀ ਤੁਹਾਡੇ ਵੱਲ ਹੀ ਇੱਕ ਚੀਜ਼ ਹੋਰ ਕਰਨ ਲੱਗਾ ਕਿ ਤੁਹਾਡੇ ਕਿੱਥੋਂ ਤੁਸੀਂ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਆਈ ਹੈ ਕਿ ਮਤਲਬ ਕਿ ਜਿਹੜੀ ਹੈਗੀ ਹੈ, ਜਿਹੜੇ ਬੱਚੇ ਜਿਹੜੇ ਇੰਡੀਆ ਤੋਂ ਆਉਂਦੇ ਨੇ, ਇਹ ਪਿੱਛੇ ਜੇ ਵੀ ਸਵਾਲ ਪੁੱਛਿਆ ਸੀ ਤੁਹਾਨੂੰ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ, ਕਈ ਬੱਚੇ ਜਿਹੜੇ ਹੈਗੇ ਆ ਉੱਥੋਂ ਟੈਸਟ ਪਾਸ ਕਰਕੇ ਆ ਜਾਂਦੇ ਆ ਤੇ ਪ੍ਰੋਬਲਮ ਜਿਹੜੀ ਹੈਗੀ ਆ ਇੰਗਲਿਸ਼ ਸਪੀਕਿੰਗ ਦੀ ਜਿਹੜੀ ਹੈਗੀ ਆ ਪ੍ਰੋਬਲਮ ਉਹਨਾਂ ਨੂੰ ਇੱਥੇ ਆ ਕੇ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਫੇਸ ਕਰਨੀ ਪੈਂਦੀ ਹੈ, ਦਿੱਕਤ ਜਿਹੜੀ ਆਉਂਦੀ ਹੈ ਇੰਗਲਿਸ਼ ਬੋਲਣ ਦੇ ਵਿੱਚ। ਕਿਉਂਕਿ ਅਕਸਰ ਜਿਹੜੀ ਹੈਗੀ ਆ ਮੈਂ ਵੀ ਇਹ ਚੀਜ਼ ਨੂੰ ਨੋਟਿਸ ਕੀਤਾ ਹੋਇਆ, ਕਈ ਵਾਰੀ ਯੂਨੀਵਰਸਿਟੀ ਜਾਣ ਦਾ ਮੌਕਾ ਮਿਲਿਆ, ਕਾਲਜ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਉੱਥੇ ਜਾ ਕੇ ਕਈ ਵਾਰੀ ਬੱਚੇ ਜਿਹੜੇ ਆ ਕੇ ਨਾ ਇਹ ਖੜੇ ਹੋ ਜਾਂਦੇ ਆ ਰਿਸੈਪਸ਼ਨ ਦੇ ਅੱਗੇ ਤੇ ਉਹਨਾਂ ਨੂੰ ਬੋਲਣਾ ਨਹੀਂ ਆਉਂਦਾ, ਇੱਕ ਝਾਕਾ ਜਿਹੜਾ ਹੁੰਦਾ ਆ। ਤੇ ਸਵਾਲ ਜਿਹੜਾ ਇਹ ਆ ਕਿ ਤੁਹਾਡੇ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਆਈ ਕਿ ਤੁਸੀਂ ਮਤਲਬ ਕਿ ਜਿਹੜਾ ਹੈਗਾ ਕੋਰਸ ਇੱਕ ਸ਼ੁਰੂ ਕੀਤਾ ਨਾ ਇੰਗਲਿਸ਼ ਸਪੀਕਿੰਗ ਕੋਰਸ ਜਿਹੜਾ ਹੈਗਾ, ਇਹ ਕਿ ਇਹ ਵੀ ਜਿਹੜਾ ਹੈਗਾ ਨਾਲ ਜਿਹੜਾ ਹੈਗਾ ਆ ਆਪਣੇ ਇਸ ਸਿਸਟਮ ਦੇ ਨਾਲ ਜੋੜ ਕੇ ਤੇ ਲੋਕਾਂ ਦੇ ਨਾਲ ਇਹ ਚੀਜ਼ ਨੂੰ ਸ਼ੇਅਰ ਕਰਨਾ। ਹਾਂਜੀ, ਆਹ ਸਵਾਲ ਜਿਹੜਾ ਤੁਸੀਂ ਪੁੱਛਿਆ ਹੈਗਾ ਇਹਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਗੱਲ ਦੱਸਦਾ ਹੈਗਾ। ਜਦੋਂ ਲਾਸਟ ਟਾਈਮ ਇੰਟਰਵਿਊ ਹੋਇਆ ਸੀ ਮੇਰਾ ਟਿਊਜ਼ਡੇ ਨੂੰ, ਹਾਂਜੀ, ਤੇ ਉਸ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਰਿਸਪੌਂਸ ਆਇਆ ਹੈਗਾ ਤੁਹਾਡੇ ਵੱਲੋਂ ਵੀ ਤੇ ਜਿਹੜੇ ਸਾਡੇ ਵਿਊਅਰਸ ਹੈਗੇ ਨੇ ਉਹਨਾਂ ਵੱਲੋਂ ਵੀ। ਤੇ ਸਾਨੂੰ ਬਹੁਤ ਸਾਰੇ ਫੋਨ ਕਾਲਸ ਆਈਆਂ ਨੇ, ਹੁਣ ਤੱਕ ਵੀ ਆ ਰਹੀਆਂ ਹੈਗੀਆਂ ਨੇ, ਸਾਨੂੰ ਮੈਸੇजेस ਆ ਰਹੇ ਹੈਗੇ ਆ, ਸਾਨੂੰ ਈਮੇਲਸ ਆ ਰਹੀਆਂ ਹੈਗੀਆਂ ਨੇ ਕਿ ਜਿਹੜਾ ਤੁਸੀਂ ਉਪਰਾਲਾ ਕੀਤਾ ਹੈਗਾ ਬਹੁਤ ਵਧੀਆ ਹੈਗਾ। ਤੇ ਮੇਰੇ ਖਿਆਲ ਕਾਫੀ ਇਸ ਚੀਜ਼ ਦੀ ਲੋੜ ਹੈਗੀ ਹੈ ਯੂਕੇ ਦੇ ਵਿੱਚ, ਖਾਸ ਕਰ ਆਪਣੇ ਜਿਹੜੇ ਭਾਈ ਜਾਂ ਭੈਣ ਜਿਹੜੇ ਆਪਣੇ ਦੂਜੇ ਮੁਲਕਾਂ ਤੋਂ ਆਉਂਦੇ ਹੈਗੇ ਉਹਨਾਂ ਨੂੰ ਬਹੁਤ ਜ਼ਿਆਦਾ ਲੋੜ ਹੈਗੀ ਹੈ। ਤੇ ਸਾਨੂੰ ਬਾਰ-ਬਾਰ ਇਹੀ ਕੁਐਸਚਨ ਬਾਰ-ਬਾਰ ਉਹ ਪੁੱਛੇ, ਜਿਹੜੇ ਮੇਨ ਜਿਹੜੀਆਂ ਲੇਡੀਜ਼ ਹੈਗੀਆਂ ਨੇ ਉਹ ਸਾਨੂੰ ਬਾਰ-ਬਾਰ ਇਹੀ ਪੁੱਛ ਰਹੀਆਂ ਸੀ ਕਿ ਮਿਸਟਰ ਸਿੰਘ ਤੁਹਾਡਾ ਜਿਹੜਾ ਪ੍ਰੋਫੈਸ਼ਨਲ ਟਿਊਟਰਸ ਹੈਗਾ ਹੈ, ਇਹਦੇ ਤੁਹਾਡੇ ਕੋਲ ਕੋਈ ਲੇਡੀ ਟੀਚਰਸ ਹੈਗੀਆਂ ਨੇ? ਕਿਉਂਕਿ ਕਈ ਵਾਰੀ ਜਿਹੜੀ ਲੇਡੀਜ਼ ਹੁੰਦੀਆਂ ਨੇ ਜਾਂ ਬੱਚੇ ਹੁੰਦੇ ਨੇ ਉਹ ਥੋੜਾ ਕੰਫਰਟੇਬਲ ਫੀਲ ਕਰਦੇ ਹੈਗੇ ਆ ਕਿ ਇੱਕ ਲੇਡੀ ਟੀਚਰ ਹੋਵੇ ਤਾਂ, ਤੇ ਉਹ ਉਹਨਾਂ ਦੀ ਡਿਮਾਂਡ ਕਰਕੇ ਹੀ ਮੇਰੇ ਖਿਆਲ ਕਿ ਅਸੀਂ ਮਿਸਟਰ ਸਿੰਘ ਨੂੰ ਨਾਲ ਲੈ ਕੇ ਆਂਦਾ ਹੈਗਾ ਕਿ ਹਾਂਜੀ ਸਾਡੇ ਕੋਲ ਜਿਹੜੀ ਪੂਰੀ ਟੀਮ ਹੈਗੀ ਆ ਉਹਦੇ ਵਿੱਚ ਬਿਲਕੁਲ ਸਾਡੇ ਕੋਲ ਲੇਡੀ ਟੀਚਰਸ ਵੀ ਹੈਗੀਆਂ ਨੇ, ਸਾਡੇ ਕੋਲ ਜੈਂਟਸ ਟੀਚਰ ਵੀ ਹੈਗੇ ਆ। ਤੇ ਹੁਣ ਮੈਂ ਤੁਹਾਡੇ ਕੋਲ ਆਉਣਾ ਜਿਹੜਾ ਸਵਾਲ ਬਾਰੇ, ਜਿਹੜਾ ਇੰਗਲਿਸ਼ ਸਪੀਕਿੰਗ ਦਾ ਜਿਹੜਾ ਹੈਗਾ ਤੇ ਆਪਣੇ ਜੋ ਵੀ ਕੋਈ ਆਪਣੇ ਕਿਸੇ ਹੋਰ ਮੁਲਕ ਤੋਂ ਇਸ ਮੁਲਕ 'ਚ ਆਂਦਾ ਪਿਆ ਹੈਗਾ, ਉਹਦੇ ਵਾਸਤੇ ਸਾਰਿਆਂ ਨਾਲੋਂ ਵੱਡੀ ਸਮੱਸਿਆ ਪਹਿਲਾਂ ਆਹੀ ਹੁੰਦੀ ਹੈ। ਦਿਸ ਇਜ਼ ਦਾ ਫਰਸਟ ਪ੍ਰੋਬਲਮ ਦੇ ਫੇਸ, ਹਨਾ। ਜਦੋਂ ਵੀ ਉਹ ਇੰਗਲੈਂਡ ਧਰਤੀ ਤੇ ਆਂਦੇ ਨੇ ਤੇ ਸਾਰਿਆਂ ਨੂੰ ਵੱਡੀ ਪ੍ਰੋਬਲਮ ਆਹੀ ਹੁੰਦੀ ਹੈ ਕਿ ਮੈਂ ਉੱਤਰ ਕੇ ਕਿੰਦੇ ਨਾਲ ਗੱਲ ਕਰੂੰਗਾ ਤੇ ਕਿੱਦਾਂ ਗੱਲ ਕਰੂੰਗਾ। ਬਿਲਕੁਲ। ਤੇ ਇਸ ਚੀਜ਼ ਨੂੰ ਅਸੀਂ ਕਾਫੀ ਫੇਸ ਕੀਤਾ ਹੈਗਾ। ਜਿਹੜੇ ਸਾਡੇ ਜਿੰਨੇ ਵੀ ਮਿਲਦੇ ਹੈਗੇ, ਸਾਨੂੰ ਕੋਈ ਵੀ ਮਿਲਦਾ ਹੈਗਾ, ਉਹ ਆਹੀ ਪੁੱਛਦਾ ਹੈਗਾ ਕਿ ਇਹਨੂੰ ਅਸੀਂ ਕਿੱਦਾਂ ਇੰਪਰੂਵ ਕਰ ਸਕਦੇ ਹੈਗੇ ਆ। ਤੇ ਇਹ ਜਿਹੜੇ ਵੀ ਸਾਡੇ ਭੈਣ ਜਾਂ ਭਰਾ ਹੈਗੇ ਉਹਨਾਂ ਦੀ ਰਿਕੁਐਸਟ ਕਰਕੇ ਅਸੀਂ ਇੱਕ ਇੰਗਲਿਸ਼ ਸਪੀਕਿੰਗ ਕੋਰਸ ਕੀਤਾ ਹੈਗਾ ਸ਼ੁਰੂ। ਤੇ ਇਹਦੇ ਜਿਹੜੇ ਬੈਨੀਫਿਟਸ ਜਿਹੜੇ ਹੈਗੇ ਨੇ ਉਹ ਹੈਗੇ ਨੇ ਕਿ ਜਦੋਂ ਤੁਸੀਂ ਇਹ ਕੋਰਸ ਕਰ ਲੈਂਦੇ ਹੈਗੇ ਹੋ ਤੇ ਤੁਸੀਂ ਜਿਹੜੀ ਜੇ ਆਪਣੇ ਹੁਣ ਕਈ ਹੈਗੇ ਆ ਉਹ ਜੌਬ ਲੱਗੀ ਹੋਈ ਹੈ ਪਰ ਗਰੋਥ ਨਹੀਂ ਹੋ ਰਹੀ, ਉਹ ਸਿਰਫ ਇਸ ਕਰਕੇ ਗਰੋਥ ਨਹੀਂ ਹੋ ਰਹੀ ਕਿਉਂਕਿ ਉਹਨਾਂ ਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ ਹੈਗੀ। ਤੇ ਜਾਂ ਕੋਈ ਕੰਸਟਰਕਸ਼ਨ 'ਚ ਲੱਗੇ ਹੋਏ ਨੇ ਉਹ ਅੱਗੇ ਆਰਡਰ ਨਹੀਂ ਲੈ ਸਕਦੇ ਹੈਗੇ ਕਿਉਂਕਿ ਉਹਨਾਂ ਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ ਹੈਗੀ। ਤੇ ਜਾਂ ਕਿਸੇ ਨੇ ਇੱਕ CV ਲਿਖਣਾ ਹੈ, ਜਾਂ ਕਿਸੇ ਨੂੰ ਈਮੇਲ ਲਿਖਣੀ ਹੈ, ਜਾਂ ਕਿਸੇ ਨੇ ਇੰਟਰਵਿਊ ਦੇਣੀ ਹੈਗੀ ਹੈ। ਸੋ ਆਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇੱਥੇ ਸਾਰਿਆਂ ਨੂੰ ਪ੍ਰੋਬਲਮ ਆਉਂਦੀ ਹੈਗੀ ਇੰਗਲਿਸ਼ ਦੀ। ਤੇ ਇਸ ਕਰਕੇ ਅਸੀਂ ਸੋਚਿਆ ਕਿਉਂ ਨਾ ਅਸੀਂ ਜਿਹੜੀ ਕਮਿਊਨਿਟੀ ਬਾਹਰ ਬੈਠੀ ਹੋਈ ਹੈ, ਜੋ ਲੋਕੀ ਬਾਹਰੋਂ ਆਏ ਨੇ, ਉਹਨਾਂ ਦੀ ਹੈਲਪ ਕੀਤੀ ਜਾਵੇ। ਬਿਲਕੁਲ ਜੀ, ਬਿਲਕੁਲ। ਤੇ ਮੀਨਾਕਸ਼ੀ ਜੀ, ਤੁਹਾਡੇ ਵੱਲ ਮੈਂ ਆਉਣ ਲੱਗਾ ਤੇ ਇੱਕ ਛੋਟਾ ਜਿਹਾ ਸਵਾਲ ਹੈ ਕਿ ਜਿਹੜੇ ਛੋਟੇ ਬੱਚੇ ਹੁੰਦੇ ਆ,
ਇਹ ਅਕਸਰ ਜਿਹੜੇ ਹੈਗੇ ਇੱਥੇ ਜਿਹੜਾ ਹੈਗਾ ਆ ਬੱਚਿਆਂ ਦੇ ਉੱਤੇ ਪੜ੍ਹਾਈ ਦਾ ਜਿਹੜਾ ਬੋਝ ਹੈ, ਜਿੱਦਾਂ ਇੰਡੀਆ ਦੇ ਵਿੱਚ ਬੱਚਿਆਂ ਦੇ ਉੱਤੇ ਪੜ੍ਹਾਈ ਦਾ ਬੋਝ ਬਹੁਤ ਜ਼ਿਆਦਾ ਹੁੰਦਾ, ਇੱਥੇ ਦਾ ਜਿਹੜਾ ਪੜ੍ਹਾਈ ਦਾ ਬੋਝ ਜਿਹੜਾ ਬੱਚਿਆਂ ਦੇ ਉੱਤੇ ਇਹ ਕਿਸ ਤਰ੍ਹਾਂ ਦਾ ਹੁੰਦਾ ਆ? ਕਿਉਂਕਿ ਇੱਥੇ ਬਹੁਤ ਨਰਮਾਈ ਦੇ ਨਾਲ ਤੁਸੀਂ ਕਿਸੇ ਬੱਚੇ ਨੂੰ ਸ਼ਾਊਟ ਨਹੀਂ ਕਰ ਸਕਦੇ ਹੈਗੇ, ਬੱਚਿਆਂ ਦੇ ਲੈਵਲ ਤੇ ਆ ਕੇ, ਜਿੱਦਾਂ ਤੁਸੀਂ ਦੱਸਿਆ ਕਿ ਬੱਚਿਆਂ ਦੇ ਲੈਵਲ ਤੇ ਆ ਕੇ ਹੀ ਉਹਨੂੰ ਸਮਝਾਉਣਾ ਪੈਂਦਾ ਆ, ਉਹਦੇ ਨਾਲ ਗੱਲਬਾਤ ਜਿਹੜੀ ਹੈਗੀ ਕਰਨੀ ਪੈਂਦੀ ਆ। ਪਰ ਪੜ੍ਹਾਈ ਦੇ ਕਰਕੇ ਜਿਹੜਾ ਹੈਗਾ ਆ ਬੱਚਿਆਂ ਦੇ ਉੱਤੇ ਜਿਹੜਾ ਇੰਨਾ ਪ੍ਰੈਸ਼ਰ ਜਿਹੜਾ ਹੈਗਾ ਆ ਉਹ ਨਹੀਂ ਰੱਖਿਆ ਜਾਂਦਾ। ਕੀ ਰੀਜ਼ਨ ਕੀ ਹੈ ਇਹਦਾ? ਸੇਮ ਇੱਥੇ ਜਿਹੜਾ ਜਿਵੇਂ ਇੰਡੀਆ ਵਿੱਚ ਪੜ੍ਹਾਈ ਦਾ ਪ੍ਰੈਸ਼ਰ ਜ਼ਿਆਦਾ ਹੈ, ਤੇ ਪੜ੍ਹਾਈ ਇੱਥੇ ਵੀ ਉਹੀ ਸੇਮ ਹੀ ਹੁੰਦੀ ਹੈ, ਲੇਕਿਨ ਇੱਥੇ ਬੱਚਿਆਂ ਤੇ ਪ੍ਰੈਸ਼ਰ ਨਹੀਂ ਪਾਇਆ ਜਾਂਦਾ। ਤੇ ਉਹ ਸਾਡੀ ਪਾਲਿਸੀਜ਼ ਵਿੱਚ ਵੀ ਇਹ ਆਉਂਦਾ ਕਿ ਤੁਸੀਂ ਬੱਚਿਆਂ ਨੂੰ ਬਿਲਕੁਲ ਜਿਵੇਂ ਹੋਮਵਰਕ ਹੈ ਉਹ ਵੀ ਬਿਲਕੁਲ ਘੱਟ ਤੋਂ ਘੱਟ ਦੇਣਾ, ਵੀ ਬੱਚਿਆਂ ਨੂੰ ਇਹ ਨਾ ਲੱਗੇ ਜੇ ਉਹਨਾਂ ਨੂੰ ਹੌਲੀਡੇਜ਼ ਹੈਗੀਆਂ ਤੇ ਹੌਲੀਡੇਜ਼ ਵਿੱਚ ਹੋਮਵਰਕ ਦੇ ਰਹੇ ਹੋ ਤਾਂ ਉਹ ਆਪਣੀ ਹੌਲੀਡੇਜ਼ ਵੀ ਇੰਜੋਏ ਕਰ ਸਕਣ, ਪਲੱਸ ਆਪਣਾ ਹੋਮਵਰਕ ਵੀ ਉਹ ਮਤਲਬ ਇਸ ਤਰ੍ਹਾਂ ਸਮਝਣ ਕਿ ਹਾਂ ਸਾਡੇ ਵਾਸਤੇ ਇੱਕ ਗੇਮ ਹੀ ਆ, ਆਪਾਂ ਗੇਮ ਖੇਡ ਰਹੇ ਹਾਂ ਤੇ ਇਹਦੇ ਨਾਲ ਸਾਡਾ ਹੋਮਵਰਕ ਹੋ ਰਿਹਾ। ਤੇ ਇੱਥੇ ਪ੍ਰੈਕਟੀਕਲ ਮਤਲਬ ਬੈਗਸ ਨਾਲੋਂ ਵੀ ਬੈਗ ਭਰ ਕੇ ਤੁਸੀਂ ਨਾਲ ਲਿਜਾ ਰਹੇ ਹੋ, ਉਹਦੇ ਨਾਲੋਂ ਪ੍ਰੈਕਟੀਕਲ ਸਟੱਡੀ ਵਿੱਚ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਤੁਸੀਂ ਪ੍ਰੈਕਟੀਕਲੀ ਬੱਚੇ ਨੂੰ ਜ਼ਿਆਦਾ ਸਮਝਾਓ ਤੇ ਉਹ ਜ਼ਿਆਦਾ ਬੱਚੇ ਨੂੰ ਉਹਦਾ ਜ਼ਿਆਦਾ ਬੱਚੇ ਤੇ ਅਸਰ ਵੀ ਪਏਗਾ, ਵੀ ਬੱਚਾ ਜਲਦੀ ਵੀ ਸਮਝੇਗਾ ਉਹ ਚੀਜ਼। ਤੇ ਮੋਸਟਲੀ ਇੱਥੇ ਜੋ ਮੇਨ ਫੋਕਸ ਹੁੰਦਾ ਹੈਗਾ ਉਹ ਹੁੰਦਾ ਹੈਗਾ ਬੱਚੇ ਦੀ ਓਵਰਆਲ ਡਿਵੈਲਪਮੈਂਟ ਤੇ ਬਿਲਕੁਲ ਪੜ੍ਹਾਈ ਬਿਲਕੁਲ ਜ਼ਰੂਰੀ ਹੈਗੀ ਹੈ, ਪਰ ਪੜ੍ਹਾਈ ਦੇ ਨਾਲ ਹੋਰ ਜੋ ਪੜ੍ਹਾਈ ਤੋਂ ਵੀ ਜੋ ਅਸੀਂ ਸਮਝਦੇ ਹਾਂ ਟੀਚਰ ਜਿਹੜਾ ਪੜ੍ਹਾਈ ਤੋਂ ਹੋਰ ਵੀ ਜਿਹੜੀ ਇੱਕ ਜ਼ਿਆਦਾ ਇੰਪੋਰਟੈਂਟ ਚੀਜ਼ ਹੈਗੀ ਹੈ ਉਹ ਹੈਗੀ ਹੈ ਸਕਿੱਲਸ ਗੇਨ ਕਰਨਾ, ਜਿਹਨੂੰ ਅਸੀਂ ਲਾਈਫ ਸਕਿੱਲਸ ਕਹਿੰਦੇ ਹੈਗੇ ਆ। ਤੇ ਪੜ੍ਹਾਈ ਆਪਣੀ ਜਗ੍ਹਾ ਹੈਗੀ ਆ, ਪਰ ਸਾਡਾ ਜੋ ਮੇਨ ਫੋਕਸ ਹੁੰਦਾ ਸਕੂਲਾਂ ਵਿੱਚ ਉਹ ਹੁੰਦਾ ਹੈਗਾ ਕਿ ਬੱਚੇ ਦੀ ਲਾਈਫ ਸਕਿੱਲਸ ਡਿਵੈਲਪ ਕੀਤੀਆਂ ਜਾਣ, ਕਿ ਜਦੋਂ ਉਹਨੇ ਕਿਉਂਕਿ ਕੋਈ ਵੀ ਪੜ੍ਹਾਈ ਤੁਸੀਂ ਕੋਈ ਵੀ ਡਿਗਰੀ ਕਰ ਰਹੇ ਹੈਗੇ ਹੋ, ਉਹਦਾ ਜੋ ਐਂਡ ਹੁੰਦਾ ਹੈਗਾ ਉਹ ਹੁੰਦਾ ਕਮਿਊਨਿਟੀ ਸਰਵਿਸ। ਤੁਸੀਂ ਕੋਈ ਵੀ ਜੌਬ ਕਰ ਰਹੇ ਹੈਗੇ ਹੋ ਉਹ ਕਮਿਊਨਿਟੀ ਸਰਵਿਸ ਹੈਗੀ ਹੈ, ਤੇ ਉੱਥੇ ਤੁਹਾਨੂੰ ਆਹ ਸਾਰੀਆਂ ਸਕਿੱਲਸ ਚਾਹੀਦੀਆਂ ਹੁੰਦੀਆਂ ਨੇ ਕਿ ਕੌਨਫੀਡੈਂਸ ਚਾਹੀਦਾ ਹੈਗਾ, ਪੀਪਲ ਸਕਿੱਲਸ ਚਾਹੀਦੀਆਂ ਹੈਗੀਆਂ, ਮੈਨੇਜਮੈਂਟ ਸਕਿੱਲਸ ਚਾਹੀਦੀਆਂ ਹੈਗੀਆਂ ਨੇ, ਸਪੋਰਟਸ ਸਕਿੱਲਸ ਚਾਹੀਦੀਆਂ ਹੈਗੀਆਂ ਨੇ, ਕਿੱਦਾਂ ਬੋਲਣਾ ਚੱਲਣਾ, ਸਭ ਬਹੁਤ ਸਾਰੀਆਂ ਸਕਿੱਲਸ ਜਿਹੜੀਆਂ ਹੈਗੀਆਂ। ਸੋ ਮੇਨ ਜਿਹੜਾ ਫੋਕਸ ਯੂਕੇ ਦੀ ਪੜ੍ਹਾਈ ਦਾ ਹੈਗਾ ਉਹ ਪੜ੍ਹਾਈ ਇੱਕ ਆਪਣੀ ਜਗ੍ਹਾ ਹੈਗੀ ਹੈ, ਤੇ ਮੇਨ ਹੈਗਾ ਕਿ ਲਾਈਫ ਸਕਿੱਲਸ ਬੱਚਿਆਂ 'ਚ ਡਿਵੈਲਪ ਕੀਤੀਆਂ ਜਾਣ ਤਾਂ ਕਿ ਉਹ ਪੜ੍ਹਾਈ ਦੇ ਨਾਲ ਇੱਕ ਬਹੁਤ ਅੱਛੇ ਸਿਟੀਜ਼ਨ ਬਣ ਪਾਉਣ ਇਸ ਕੰਟਰੀ ਦੇ। ਕਿਉਂਕਿ ਇਹਦੇ ਵਿੱਚ ਤੇ ਜੇ ਕਹੀਏ ਤੇ ਮਾਂ ਪਿਓ ਦਾ ਵੀ ਕਹਿੰਦੇ ਨੇ ਜਿੱਥੇ ਟੀਚਰ ਦਾ ਹੱਥ ਤੇ ਬੱਚੇ ਨੂੰ ਜਿਹੜੀਆਂ ਤੁਸੀਂ ਸਕਿੱਲ ਦੱਸੀਆਂ ਨੇ ਲਾਈਫ ਸਕਿੱਲ ਦੇ ਵਿੱਚ ਵੀ ਜਿਹੜਾ ਹੈਗਾ ਸਭ ਤੋਂ ਵੱਡਾ ਯੋਗਦਾਨ ਤੇ ਮੇਰੇ ਖਿਆਲ ਨਾਲ ਮਾਂ-ਬਾਪ ਦਾ ਹੁੰਦਾ, ਕਿਉਂਕਿ ਸਭ ਤੋਂ ਜ਼ਿਆਦਾ ਟਾਈਮ ਤੇ ਉਹ ਘਰ ਦੇ ਵਿੱਚ ਆਪਣਾ ਬਤੀਤ ਕਰਦਾ। ਹਾਂਜੀ ਬਿਲਕੁਲ ਠੀਕ ਹੈਗਾ। ਜਿਹੜਾ ਮਾਂ-ਪਿਓ ਦਾ ਬਹੁਤ ਵੱਡਾ ਜਿਹੜੇ ਇੱਕ ਬੱਚਾ ਜਿਹੜਾ ਡਿਵੈਲਪ ਹੁੰਦਾ ਹੈਗਾ ਉਹ ਇੱਕ ਜੁਆਇੰਟ ਐਫਰਟ ਹੁੰਦੀ ਹੈਗੀ ਹੈ ਪੇਰੈਂਟਸ ਦੀ ਤੇ ਟੀਚਰਸ ਦੀ। ਤੇ ਇੱਕ ਬਹੁਤ ਕਾਮਨ ਚੀਜ਼ ਹੈਗੀ ਹੈ ਕਿ ਜਿਹੜਾ ਬੱਚਾ ਜਿਹੜੀਆਂ ਗੱਲਾਂ ਪੇਰੈਂਟਸ ਨੂੰ ਨਹੀਂ ਦੱਸਦਾ ਜਾਂ ਪੇਰੈਂਟਸ ਨਾਲ ਨਹੀਂ ਕਰਦਾ ਹੈਗਾ ਉਹ ਹਮੇਸ਼ਾ ਆ ਕੇ ਸਾਡੇ ਨਾਲ ਟੀਚਰਸ ਨਾਲ ਕਰਦਾ ਹੈਗਾ। ਸੋ ਟੀਚਰਸ ਦਾ ਤੇ ਪੇਰੈਂਟਸ ਦਾ ਦੋਵਾਂ ਦਾ ਇੱਕ ਬਹੁਤ ਵੱਡਾ ਰੋਲ ਹੈਗਾ ਕਿ ਉਹ ਆਪਸ 'ਚ ਵੀ ਕਮਿਊਨੀਕੇਟ ਕਰਨ, ਜੋ ਕਿ ਅਸੀਂ ਸ਼ਾਇਦ ਦੇਖਿਆ ਕਿਤੇ ਨਾ ਕਿਤੇ ਲੈਕਿੰਗ ਹੈਗਾ ਇੱਥੇ ਕਈ ਪੇਰੈਂਟਸ ਵਿੱਚ ਜਾਂ ਸੋਸਾਇਟੀਜ਼ ਵਿੱਚ, ਕਿ ਜਿਹੜੀ ਇੱਕ ਕੋਲੈਬੋਰੇਸ਼ਨ ਨਹੀਂ ਹੋ ਪਾਉਂਦੀ ਪੇਰੈਂਟਸ ਵਿੱਚ ਤੇ ਟੀਚਰਸ ਵਿੱਚ, ਕਿਉਂਕਿ ਬਹੁਤ ਸਾਰੀਆਂ ਗੱਲਾਂ ਏਦਾਂ ਦੀਆਂ ਹੁੰਦੀਆਂ ਨੇ ਜੋ ਕਿ ਜਿਹੜਾ ਬੱਚਾ ਹੈਗਾ ਉਹ ਟੀਚਰਸ ਨੂੰ ਦੱਸਦਾ ਹੈਗਾ, ਉਹ ਨਹੀਂ ਸਮਝਦਾ ਕਿ ਇਹ ਗੱਲ ਮੈਂ ਆਪਣੇ ਮਾਂ ਪਿਓ ਨਾਲ ਸ਼ੇਅਰ ਕਰ ਸਕਾਂ। ਪਰ ਇੱਕ ਇੱਥੇ ਸਕੂਲ 'ਚ ਇੱਕ ਜਿਵੇਂ ਆਪਾਂ ਕਹਿ ਲੈਂਦੇ ਇੰਡੀਆ 'ਚ ਕਲਾਸ ਟੀਚਰ ਹੁੰਦਾ ਹੈਗਾ, ਉੱਥੇ ਯੂਕੇ ਸਕੂਲ 'ਚ ਇੱਕ ਫਾਰਮ ਟੀਚਰ ਹੁੰਦਾ ਹੈਗਾ। ਤੇ ਫਾਰਮ ਟੀਚਰ ਨੂੰ ਕਿਹਾ ਜਾਂਦਾ ਹੈਗਾ ਕਿ ਉਹ ਇੱਕ ਬੱਚੇ ਦਾ ਸੈਕੰਡ ਪੇਰੈਂਟ ਹੈਗਾ। ਤੇ ਉਹ ਫਾਰਮ ਟੀਚਰ ਦਾ ਕੰਮ ਸਿਰਫ ਇਹੀ ਹੁੰਦਾ, ਅੱਧਾ ਘੰਟਾ ਜਦੋਂ ਸਕੂਲ ਸ਼ੁਰੂ ਹੁੰਦਾ, ਸਕੂਲ ਸ਼ੁਰੂ ਹੋਣ ਤੋਂ ਜਿਵੇਂ ਆਪਣੇ ਇੰਡੀਆ ਵਿੱਚ ਅੱਧਾ ਘੰਟਾ ਪਹਿਲਾਂ ਪ੍ਰੇਅਰ ਕੀਤੀਆਂ ਜਾਂਦੀਆਂ ਹੈਗੀਆਂ ਨੇ, ਇੱਥੇ ਅੱਧਾ ਘੰਟਾ ਜਿਹੜਾ ਬੱਚਾ ਹੈਗਾ ਉਹ ਫਾਰਮ ਟਿਊਟਰ ਨਾਲ ਬੈਠਦਾ ਤੇ ਸਿਰਫ ਉਹ ਪੜ੍ਹਾਈ ਉਹ ਜਿਹੜੀ ਕਲਾਸ ਹੁੰਦੀ ਉਹ ਪੜ੍ਹਾਈ ਵਾਸਤੇ ਨਹੀਂ ਹੁੰਦੀ, ਉਹ ਸਿਰਫ ਇਹ ਹੁੰਦੀ ਹੈ ਹਾਂ ਤੁਹਾਡਾ ਦਿਨ ਕਿੱਦਾਂ ਗਿਆ, ਤੁਸੀਂ ਕੀ ਕੀਤਾ, ਤੁਹਾਡਾ ਵੀਕਐਂਡ ਕਿੱਦਾਂ ਗਿਆ। ਤੇ ਉਹ ਬੱਚੇ ਨੂੰ ਇਹ ਦੇਖਣ ਵਾਸਤੇ ਕਿ ਹਾਂ ਇਹ ਬੱਚਾ ਕੰਫਰਟੇਬਲ ਹੈਗਾ, ਬੱਚਾ ਕੁਝ ਦੱਸਣਾ ਤਾਂ ਨਹੀਂ ਚਾਹੁੰਦਾ ਹੈਗਾ, ਬੱਚੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ, ਬੱਚਾ ਮੈਂਟਲੀ ਫ੍ਰੀ ਹੈਗਾ ਸਟੱਡੀ ਵਾਸਤੇ। ਤੇ ਇਹ ਜਿਹੜੀ ਇੱਕ ਚਾਈਲਡ ਡਿਵੈਲਪਮੈਂਟ ਹੈ ਜਿਹੜੀ ਹੈਗੀ ਹੈ ਇਹ ਇੱਕ ਜੁਆਇੰਟ ਐਫਰਟ ਹੈਗੀ ਹੈ ਪੇਰੈਂਟਸ ਦੀ ਤੇ ਟੀਚਰਸ ਦੀ ਦੋਵਾਂ ਦੀ। ਬਿਲਕੁਲ ਜੀ ਬਿਲਕੁਲ, ਕਿਉਂਕਿ ਆਪਣਾ ਟਾਈਮ ਵੀ ਜਿਹੜਾ ਹੈਗਾ ਆ ਬਹੁਤ ਤੇਜ਼ੀ ਦੇ ਨਾਲ ਸਮਾਪਤੀ ਵੱਲ ਨੂੰ ਵੱਧਦਾ ਜਾ ਰਿਹਾ। ਤੇ ਮੀਨਾਕਸ਼ੀ ਜੀ ਇੱਕ ਸਵਾਲ ਤੁਹਾਨੂੰ ਹੈ, ਇਹ ਫੈਮਿਲੀ ਦੇ ਨਾਲ ਰਿਲੇਟਡ ਹੈ ਕਿ ਜਦੋਂ ਤੁਸੀਂ ਸਕੂਲ ਤੋਂ ਘਰ ਵਾਪਸ ਆਉਂਦੇ ਹੋ, ਜਦੋਂ ਆਪਣੇ ਬੱਚਿਆਂ ਨੂੰ ਦੇਖਦੇ ਹੋ ਤੇ ਕਦੀ ਬੱਚਿਆਂ ਨੇ ਤੁਹਾਨੂੰ ਇਹ ਸਵਾਲ ਨਹੀਂ ਕੀਤਾ ਜਦੋਂ ਤੁਸੀਂ ਉਹਨਾਂ ਨੂੰ ਇੱਕ ਮਾਂ-ਬਾਪ ਦੀ ਤਰ੍ਹਾਂ ਜਦੋਂ ਤੁਸੀਂ ਉਹਨਾਂ ਨੂੰ ਟਰੀਟ ਕਰਦੇ ਹੋ ਤੇ ਉਹਨਾਂ ਨੂੰ ਕਦੀ ਇਹ ਫੀਲ ਨਹੀਂ ਹੋਇਆ ਕਿ
ਇਹ ਆ ਗਏ ਜੀ 2 ਟੀਚਰ ਮਸਾਂ ਤੇ ਜਾਨ ਛਡਾ ਕੇ ਅਸੀਂ ਸਕੂਲੋਂ ਘਰ ਆਏ ਆ ਤੇ ਇੱਥੇ ਆ ਕੇ ਫੇਰ ਉਹੀ ਟੀਚਰ ਸਾਡੇ ਮੱਥੇ ਲੱਗ ਗਏ। ਕਦੀ ਇਸ ਤਰ੍ਹਾਂ ਦਾ ਨਹੀਂ ਫੀਲ ਕੀਤਾ ਬੱਚਿਆਂ ਨੇ? ਬੱਚਿਆਂ ਨੇ ਨਹੀਂ, ਏਦਾਂ ਦਾ ਤਾਂ ਨਹੀਂ ਕਦੀ ਫੀਲ ਕੀਤਾ। ਮਤਲਬ ਜਿਵੇਂ ਅਸੀਂ ਬਾਹਰਲੇ ਬੱਚਿਆਂ ਨਾਲ ਟ੍ਰੀਟ ਕਰਕੇ ਆਉਂਦੇ ਆ ਤੇ ਆਪ ਵੀ ਥੋੜੇ ਜਿਹੇ ਮਤਲਬ ਜਿਵੇਂ ਕਹਿ ਲਓ ਕਿ ਟਾਇਰਡ ਹੋਏ ਹੁੰਦੇ ਆ, ਤੇ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਆਪਣੇ ਬੱਚਿਆਂ ਨਾਲ ਜ਼ਿਆਦਾ ਤੋਂ ਜ਼ਿਆਦਾ ਟਾਈਮ ਸਪੈਂਡ ਕਰੀਏ, ਉਹਨਾਂ ਨੂੰ ਵੀ ਸਟੱਡੀ ਵਿੱਚ ਪਾਈਏ। ਜਿਵੇਂ ਅਸੀਂ ਬਾਹਰਲੇ ਬੱਚਿਆਂ ਨੂੰ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ, ਤੇ ਅਸੀਂ ਆਪਣੇ ਬੱਚਿਆਂ ਨੂੰ ਕਿਉਂ ਨਾ ਅਸੀਂ ਆਪਣੇ ਬੱਚਿਆਂ ਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਆਪਣਾ ਯੋਗਦਾਨ ਦਈਏ ਕਿ ਆਪਣੇ ਬੱਚੇ ਵੀ ਅੱਗੇ ਨਿਕਲਣ, ਹਨਾ। ਤੇ ਹਮੇਸ਼ਾ ਇੱਕ ਕੋਈ ਪ੍ਰੋਫੈਸ਼ਨ ਹੈਗਾ, ਭਾਵੇਂ ਟੀਚਰ ਹੈ, ਭਾਵੇਂ ਪੁਲਿਸ ਹੈ, ਭਾਵੇਂ ਆਰਮੀ ਹੈਗੀ ਹੈ, ਹਮੇਸ਼ਾ ਇੱਕ ਤੁਹਾਡੀ ਪ੍ਰੋਫੈਸ਼ਨਲ ਲਾਈਫ ਤੇ ਇੱਕ ਪਰਸਨਲ ਲਾਈਫ ਹੁੰਦੀ ਹੈ, ਤੇ ਹਮੇਸ਼ਾ ਉਹਨਾਂ ਦੋਵਾਂ ਦਾ ਇੱਕ ਬੈਲੈਂਸ ਬਣਾ ਕੇ ਰੱਖਣਾ ਪੈਂਦਾ ਹੈਗਾ। ਜੋ ਅਸੀਂ ਸਕੂਲੇ ਹੁੰਦੇ ਆ, ਅਸੀਂ ਟੀਚਰਸ ਹੁੰਦੇ ਹੈਗੇ ਆ, ਜੋ ਅਸੀਂ ਘਰੇ ਆਉਂਦੇ ਹੈਗੇ ਆ, ਟੀਚਰ ਵਾਲੀ ਵਰਦੀ ਲਾ ਦਿੰਦੇ ਹੈਗੇ, ਅਸੀਂ ਪੇਰੈਂਟਸ ਵਾਲੀ ਵਰਦੀ ਪਾ ਲੈਂਦੇ ਹੈਗੇ। ਔਰ ਅਸੀਂ ਜ਼ਿਆਦਾ ਤੋਂ ਜ਼ਿਆਦਾ ਇਹ ਕੋਸ਼ਿਸ਼ ਕਰਦੇ ਆ ਕਿ ਅਸੀਂ ਮਤਲਬ ਬਾਹਰਲੀ ਪ੍ਰੋਫੈਸ਼ਨਲ ਲਾਈਫ ਤੇ ਆਪਣੀ ਗੱਲ ਘੱਟ ਹੀ ਕਰੀਏ, ਹਨਾ, ਤੇ ਆਪਣਾ ਜ਼ਿਆਦਾ ਤੋਂ ਜ਼ਿਆਦਾ ਆਪਣਾ ਫੈਮਿਲੀ ਵਿੱਚ ਟਾਈਮ ਸਪੈਂਡ ਕਰੀਏ, ਹਨਾ। ਬਿਲਕੁਲ ਜੀ, ਬਿਲਕੁਲ। ਤੇ ਇੱਕ ਆਖਰੀ ਇਸ ਫੀਲ ਨਾ ਹੋਵੇ। ਹਾਂਜੀ, ਇੱਕ ਆਖਰੀ ਸਵਾਲ ਜਿਹੜਾ ਹੈਗਾ ਇਸ ਪ੍ਰੋਗਰਾਮ ਦਾ ਇਹੀ ਆ ਕਿ ਤੁਸੀਂ ਬੱਚਿਆਂ ਦੇ ਮਾਂ-ਬਾਪ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਬੱਚਿਆਂ ਤੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੜ੍ਹਾਈ ਦਾ ਜਿਹੜਾ ਰੱਖਦੇ ਨੇ, ਕਿ ਜਿਹੜੇ ਚਾਹੁੰਦੇ ਨੇ ਕਿ ਸਾਡਾ ਬੱਚਾ ਜਿਹੜਾ ਹੈਗਾ ਆ ਇਹ ਡਾਕਟਰ ਬਣੇ, ਇੰਜੀਨੀਅਰ ਬਣੇ, ਜਾਂ ਨਾਸਾ ਲਈ ਕੰਮ ਕਰੇ, ਜਾਂ ਬਹੁਤ ਵੱਡਾ ਸਾਇੰਟਿਸਟ ਬਣੇ, ਤੇ ਉਹ ਬੱਚਿਆਂ ਨੂੰ ਹਮੇਸ਼ਾ ਹੀ ਉਹ ਚਾਹੁੰਦੇ ਨੇ ਕਿ 24 ਆਵਰ ਹੀ ਇਹ ਬੱਚਾ ਜਿਹੜਾ ਹੈਗਾ ਆ ਬੁੱਕਾਂ ਨੂੰ ਲੈ ਕੇ ਬੈਠਾ ਰਵੇ, ਜਾਂ ਹਮੇਸ਼ਾ ਹੀ ਉਹ ਕੁਛ ਨਾ ਕੁਛ ਇਸ ਤਰ੍ਹਾਂ ਦਾ ਪੜ੍ਹਦਾ ਹੀ ਰਵੇ ਕਿ ਆਉਣ ਵਾਲੇ ਜਿਹੜੇ ਟਾਈਮ ਦੇ ਵਿੱਚ ਜਿਹੜੀਆਂ ਸੁਪਨੇ ਅਸੀਂ ਮਾਂ-ਬਾਪ ਨੇ ਦੇਖੇ ਹੁੰਦੇ ਆ ਉਹ ਉਹਨਾਂ ਤੇ ਥੋਪਣ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਮਾਂ-ਬਾਪ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਜਿਵੇਂ ਅਸੀਂ ਮਤਲਬ ਜਿਵੇਂ ਹੁਣ ਪੇਰੈਂਟਸ ਆ, ਹਰੇਕ ਪੇਰੈਂਟਸ ਦਾ ਸੁਪਨਾ ਹੁੰਦਾ ਹੈ ਕਿ ਆਪਾਂ ਸਾਡੇ ਬੱਚੇ ਜੋ ਅਸੀਂ ਕੀਤਾ ਸਾਡੇ ਤੋਂ ਵੱਧ ਨਿਕਲਣ, ਹਨਾ। ਜੇ ਅਸੀਂ ਟੀਚਿੰਗ ਲਾਈਨ 'ਚ ਅਸੀਂ ਕਹਿੰਦੇ ਆਪਣੇ ਸਾਡੇ ਬੱਚੇ ਸਾਡੇ ਤੋਂ ਵੀ ਵਧੀਆ ਅੱਛੇ ਪ੍ਰੋਫੈਸ਼ਨ 'ਚ ਜਾਣ, ਹੋਰ ਅੱਛਾ ਕਰਨ, ਹੋਰ ਵਧੀਆ ਕਰਨ, ਹਰੇਕ ਪੇਰੈਂਟਸ ਇਹ ਸੋਚਦੇ ਆ। ਪਰ ਸਾਡਾ ਇਹ ਮੈਸੇਜ ਹੈ ਸਾਰੇ ਪੇਰੈਂਟਸ ਨੂੰ ਕਿ ਬੱਚਿਆਂ ਨੂੰ ਜਿਵੇਂ ਤੁਸੀਂ ਕਿਹਾ ਕਿ ਥੋਪਣਾ ਨਹੀਂ ਚਾਹੀਦਾ। ਮੇਨ ਜਿਵੇਂ ਮਿਸਟਰ ਸਿੰਘ ਨੇ ਵੀ ਪਹਿਲੇ ਗੱਲ ਕੀਤੀ ਕਿ ਬੱਚੇ ਨੂੰ ਲਾਈਫ ਸਕਿੱਲ ਮੇਨ ਸਿਖਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਕਿ ਉਹ ਕਿਸੇ ਵੀ ਫੀਲਡ 'ਚ ਜਾਣ ਤੇ ਉੱਥੇ ਵੀ ਜਾ ਕੇ ਆਪਣੇ ਪੇਰੈਂਟਸ ਦਾ ਮਤਲਬ ਇਹ ਜ਼ਰੂਰੀ ਨਹੀਂ ਹੈ ਕਿ ਜੋ ਪੇਰੈਂਟਸ ਚਾਹ ਰਹੇ ਹੈ ਕਿ ਹਾਂ ਇਸ ਪ੍ਰੋਫੈਸ਼ਨ 'ਚ ਹੀ ਜਾਣ ਤੇ ਤਾਂ ਹੀ ਪੇਰੈਂਟਸ ਦਾ ਨਾਮ ਰੋਸ਼ਨ ਹੋ ਸਕਦਾ ਹੈ। ਉਹ ਕਿਸੇ ਵੀ ਪ੍ਰੋਫੈਸ਼ਨ 'ਚ ਜਾ ਕੇ ਪੇਰੈਂਟਸ ਦਾ ਨਾਮ ਰੋਸ਼ਨ ਕਰ ਸਕਦੇ ਆ। ਔਰ ਜੇ ਬੱਚੇ ਦਾ ਇੰਟਰਸਟ ਨਹੀਂ ਹੈ ਕਿਸੇ ਫੀਲਡ ਵਿੱਚ ਤੇ ਉਹਨੂੰ ਜ਼ਿਆਦਾ ਪ੍ਰੈਸ਼ਰ ਨਹੀਂ ਕਰਨਾ ਚਾਹੀਦਾ। ਤੇ ਮੇਰਾ ਇੱਕ ਆਹੀ ਇੱਕ ਜਾਣ ਲੱਗਿਆ ਸੁਨੇਹਾ ਹੈਗਾ ਪੇਰੈਂਟਸ ਨੂੰ ਕਿ ਜਿਵੇਂ ਆਪਣੇ ਇੰਡੀਆ ਵਿੱਚ ਕਾਫੀ ਫਿਲਮਾਂ ਵੀ ਬਣ ਚੁੱਕੀਆਂ ਨੇ ਇਸ ਟੌਪਿਕ ਦੇ ਵਿੱਚ, ਜਿਵੇਂ 3 ਇਡੀਅਟਸ ਹੋ ਗਈ, ਹਨਾ, ਕਿ ਬੱਚੇ ਨੇ ਹਮੇਸ਼ਾ ਸਕਿੱਲ ਦੇਖੋ, ਜੋ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸਪੋਰਟ ਕੀਤਾ ਜਾਵੇ। ਤੇ ਕੋਈ ਵੀ ਐਜੂਕੇਸ਼ਨ ਹੈਗੀ ਹੈ ਉਹਦਾ ਗੋਲ ਇਹੀ ਹੁੰਦਾ ਕਿ ਬੱਚਿਆਂ ਨੂੰ ਸਕਿੱਲਸ ਦੇਣ, ਜਾਣ ਕੇ ਜੋ ਕਰਨਾ ਚਾਹੁੰਦੇ ਨੇ ਉਹ ਜ਼ਿੰਦਗੀ 'ਚ ਕਰ ਸਕਣ ਉਹ ਸਕਿੱਲਸ ਯੂਜ਼ ਕਰਕੇ। ਬਾਕੀ ਜਿਹੜਾ ਕਰੰਟ ਇਨਵਾਇਰਨਮੈਂਟ ਚੱਲ ਰਿਹਾ ਹੈਗਾ ਕਰੋਨਾ ਵਾਇਰਸ ਦਾ, ਸਾਡੀ ਪੇਰੈਂਟਸ ਨੂੰ ਆਹੀ ਰਿਕੁਐਸਟ ਹੈਗੀ ਕਿ ਇਹਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ। ਇਹਦੇ ਵਿੱਚ ਤੁਸੀਂ ਬੱਚਿਆਂ ਨੂੰ ਇੱਕ ਅੱਛੀ ਤਰੀਕੇ ਨਾਲ ਗਾਈਡ ਕਰਨਾ ਹੈਗਾ। ਜਿਹੜਾ ਲੋਕਡਾਊਨ ਹੋਇਆ ਸੀ ਉਹ ਹੋਇਆ ਸੀ ਮਾਰਚ 20 ਨੂੰ ਹੋਇਆ ਸੀ, ਤੇ ਹੁਣ 4-5-6 ਮਹੀਨੇ ਹੋ ਗਏ ਬੱਚੇ ਸਕੂਲ ਤੋਂ ਡਿਸਕਨੈਕਟ ਹੈਗੇ ਨੇ। ਤੁਸੀਂ ਜਿਹੜੇ ਮੈਕਸਿਮਮ ਸਕੂਲਸ ਹੈਗੇ ਨੇ ਉਹ ਹਮੇਸ਼ਾ ਵੀਕਲੀ ਬੇਸਿਸ ਤੇ ਬੱਚਿਆਂ ਨੂੰ ਫੋਨ ਕਰਦੇ ਹੈਗੇ ਆ, ਪੇਰੈਂਟਸ ਨੂੰ ਫੋਨ ਕਰਦੇ ਹੈਗੇ ਨੇ, ਤੇ ਤੁਸੀਂ ਉਹਨਾਂ ਦਾ ਸਪੋਰਟ ਲੈ ਸਕਦੇ ਹੈਗੇ ਹੋ। ਬਾਕੀ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਐਕਸਟਰਾ ਸਪੋਰਟ ਲੋੜ ਹੈਗੀ ਹੈ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੈਗੇ ਹੋ। ਮੇਨ ਇਸ ਜਿਹੜਾ ਥੋੜੀ ਜਿਹੀ ਇੱਕ ਫਿਕਰ ਦੀ ਗੱਲ ਇਹ ਹੈਗੀ ਹੈ ਬੱਚਿਆਂ ਦੇ ਵਿੱਚ, ਪੇਰੈਂਟਸ ਵਿੱਚ, ਕਿ ਜਿਹੜੇ ਬੱਚੇ 11+ ਗ੍ਰਾਮਰ ਸਕੂਲ ਵਾਸਤੇ ਤਿਆਰੀ ਕਰ ਰਹੇ ਹੈਗੇ ਆ, ਉਹਨਾਂ ਦਾ ਜਿਹੜਾ ਪੇਪਰ ਹੈਗਾ ਉਹ ਸੈਪਟੈਂਬਰ ਵਿੱਚ ਹੈਗਾ। ਤੇ ਮੇਰੇ ਇਹ ਐਡਵਾਈਸ ਹੈਗੀ ਕਿ ਜਾਂ ਤੁਸੀਂ ਕਿਤੋਂ ਤੁਹਾਨੂੰ ਬਾਹਰੋਂ ਹੈਲਪ ਮਿਲ ਸਕਦੀ ਹੈਗੀ ਤੇ ਉਹ ਜ਼ਰੂਰ ਲੈਣੀ ਚਾਹੀਦੀ ਹੈਗੀ ਤੁਹਾਨੂੰ। ਜਾਂ ਫਿਰ ਜਿਹੜੇ ਬੱਚੇ ਈਅਰ 10 'ਚ ਹੈਗੇ ਨੇ, ਜੋ ਈਅਰ 11 'ਚ ਜਾ ਰਹੇ ਨੇ, ਜਿਨ੍ਹਾਂ ਨੇ ਆਪਣਾ GCSE ਦਾ ਪੇਪਰ ਦੇਣਾ ਹੈਗਾ ਨੈਕਸਟ ਈਅਰ, ਤੁਹਾਨੂੰ ਐਕਸਟਰਾ ਹੈਲਪ ਮਿਲਦੀ ਹੈਗੀ ਤਾਂ ਜ਼ਰੂਰ ਲੈਣੀ ਚਾਹੀਦੀ ਹੈਗੀ ਆ। ਜਾਂ ਫਿਰ ਜਿਹੜੇ ਬੱਚੇ ਈਅਰ 12 'ਚ ਹੈਗੇ ਨੇ ਤੇ ਜੋ ਉਹਨਾਂ ਨੇ ਨੈਕਸਟ A ਲੈਵਲ ਈਅਰ 13 'ਚ ਐਗਜ਼ਾਮ ਦੇਣਾ ਹੈਗਾ, ਅਗੇਨ ਇਹਨਾਂ ਦੇ ਬਹੁਤ ਇੰਪੋਰਟੈਂਟ ਈਅਰ ਹੈਗੇ ਨੇ ਤੇ ਤੁਹਾਨੂੰ ਐਕਸਟਰਾ ਹੈਲਪ ਮਿਲਦੀ ਹੈ ਕਿ ਤੁਹਾਨੂੰ ਜ਼ਰੂਰ ਲੈਣੀ ਚਾਹੀਦੀ ਹੈਗੀ ਹੈ। ਪੇਰੈਂਟਸ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਬੱਚਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਹੈ ਕਿ ਇਹ ਜਿਹੜੀਆਂ ਹੁਣ ਸਮਰ ਹੌਲੀਡੇਜ਼ ਚੱਲ ਰਹੀਆਂ ਨੇ ਇਹਨਾਂ ਨੂੰ ਵੇਸਟ ਨਾ ਕਰਕੇ ਤੇ ਇਹਨਾਂ ਨੂੰ ਥੋੜਾ ਪ੍ਰੋਡਕਟਿਵ ਕੰਮ ਕੀਤਾ ਜਾਵੇ। ਤੇ ਇਸ ਤੋਂ ਇਲਾਵਾ ਸਾਡਾ ਆਹੀ ਹੈ ਕਿ ਜਦ ਤੁਹਾਨੂੰ ਕੋਈ ਕਿਸੇ ਵੀ ਚੀਜ਼ ਦੀ ਗਾਈਡੈਂਸ ਦੀ ਲੋੜ ਹੈਗੀ ਹੈ ਤੁਸੀਂ ਸਾਨੂੰ ਹਮੇਸ਼ਾ ਫੋਨ ਕਰ ਸਕਦੇ ਹੈਗੇ ਹੋ, ਮੈਸੇਜ ਕਰ ਸਕਦੇ ਹੈਗੇ ਹੋ, ਈਮੇਲ ਕਰ ਸਕਦੇ ਹੈਗੇ ਹੋ। ਜੋ ਸਾਡੇ ਕੰਟੈਕਟ ਡਿਟੇਲਸ ਹੈਗੀਆਂ ਨੇ ਉਹ ਸਕਰੀਨ ਤੇ ਮੇਰੇ ਖਿਆਲ 2-3 ਵਾਰੀ ਆਈਆਂ ਹੈਗੀਆਂ ਨੇ।
ਬਟ ਇਫ ਨਾਟ ਤੁਸੀਂ ਸਾਨੂੰ 0798575790 ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੈਗੇ ਹੋ, ਟੈਕਸਟ ਕਰ ਸਕਦੇ ਹੈਗੇ ਹੋ, ਜਾਂ ਸਾਡੀ ਈਮੇਲ ਸਾਡੇ ਸਕਰੀਨ ਤੇ ਆ ਰਹੀ ਹੈਗੀ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੈਗੇ ਹੋ। ਤੇ ਜਾਂ ਤੁਹਾਨੂੰ ਕਿਸੇ ਵੀ ਹੋਰ ਕਿਸਮ ਦੀ ਐਡਵਾਈਸ ਦੀ ਜਾਂ ਗਾਈਡੈਂਸ ਦੀ ਲੋੜ ਹੈਗੀ ਹੈ, ਤੁਸੀਂ ਆਈਲੈਟਸ ਕਰਨੀ ਹੈਗੀ ਹੈ, ਤੁਸੀਂ ਈਸੋਲ ਦੇ ਕੋਰਸਿਸ ਕਰਨੇ ਹੈਗੇ ਨੇ, ਤੁਸੀਂ ਲਾਈਫ ਇਨ ਯੂਕੇ ਟੈਸਟ ਜਿਹੜਾ ਹੈਗਾ ਉਹ ਇੱਕ ਬਹੁਤ ਵੱਡੀ ਕਈ ਵਾਰੀ ਅਸੀਂ ਦੇਖਿਆ ਕਿ ਕਈ ਸਟੂਡੈਂਟਸ ਵਾਸਤੇ ਇੱਕ ਚੈਲੰਜ ਹੁੰਦਾ ਹੈਗਾ, ਤੇ ਇੰਨਾ ਮੁਸ਼ਕਿਲ ਕੋਰਸ ਨਹੀਂ ਹੈਗਾ। ਤੁਹਾਨੂੰ ਗਾਈਡੈਂਸ ਚਾਹੀਦੀ ਹੈਗੀ, ਤੁਸੀਂ ਹਮੇਸ਼ਾ ਸਾਨੂੰ ਕੰਟੈਕਟ ਕਰ ਸਕਦੇ ਹੈਗੇ। ਤੁਸੀਂ ਈਸੋਲ ਕਰਨਾ ਹੈਗਾ, ਤੁਸੀਂ ਆਈਲੈਟਸ ਕਰਨੀ ਹੈਗੀ ਹੈ, ਤੁਸੀਂ ਹਾਂਜੀ ਤੁਸੀਂ B1 B2 ਜਾਂ C1 C2 ਦੇ ਐਗਜ਼ਾਮਸ ਦੇਣੇ ਹੈਗੇ ਨੇ ਸਿਟੀਜ਼ਨਸ਼ਿਪ ਲਈ, ਜਾਂ ਫਿਰ ਤੁਸੀਂ ਡਰਾਈਵਿੰਗ ਥਿਊਰੀ ਟੈਸਟ ਕਰਨਾ ਹੈਗਾ, ਤੇ ਤੁਸੀਂ ਸਾਨੂੰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਗਾਈਡੈਂਸ ਚਾਹੀਦੀ ਹੈਗੀ, ਤੁਸੀਂ ਸਾਨੂੰ ਫੋਨ ਕਰ ਸਕਦੇ ਹੈਗੇ ਹੋ। ਤੇ ਇੱਕ ਸਾਨੂੰ ਇੱਕ ਬੜਾ ਬਹੁਤ ਸਾਰੇ ਜਿਹੜੇ ਇੰਡੀਆ ਤੋਂ ਸਾਨੂੰ ਖਾਸ ਕਰ ਫੋਨ ਆਉਂਦੇ ਨੇ, ਮੈਸੇजेस ਆਉਂਦੇ ਨੇ ਕਿ ਵੀ ਸਾਡੇ ਜਿਹੜੇ ਬੇਟਾ ਜਾਂ ਬੇਟੀ ਇੰਡੀਆ ਤੋਂ ਯੂਕੇ ਆਉਂਦੇ ਪਏ ਨੇ ਤੇ ਉਹ ਕੀ ਕਰਨ, ਹਨਾ। ਤੇ ਕਿਉਂਕਿ ਮੈਕਸਿਮਮ ਜਿਹੜੇ ਹੁੰਦੇ ਨੇ ਉਹ ਦੇ ਐਂਡ ਅਪ ਜਿਹੜੇ ਏਜੰਟਸ ਕੋਲ ਜਾਂਦੇ ਹੈਗੇ ਨੇ। ਠੀਕ ਹੈ, ਏਜੰਟਸ ਜਿਹੜੇ ਹੈਗੇ ਨੇ ਉਹ ਆਪਣਾ ਕੰਮ ਕਰ ਰਹੇ ਹੈਗੇ ਨੇ, ਬਿਲਕੁਲ ਠੀਕ ਹੈ, ਬਟ ਕਿਸੇ ਹੱਦ ਤੱਕ ਮੇਰਾ ਖਿਆਲ ਹੈ ਥੋੜਾ ਜਿਹਾ ਪੈਸੇ ਜਿਹੜੇ ਹੈਗੇ ਨੇ ਉਹ ਥੋੜੇ ਜ਼ਿਆਦਾ ਚਾਰਜ ਕਰਦੇ ਹੈਗੇ ਆ। ਤੇ ਜੋ ਏਜੰਟਸ ਦਾ ਜੋ ਕੰਮ ਹੁੰਦਾ ਉਹ ਸਿਰਫ ਆਹੀ ਹੁੰਦਾ ਕਿ ਇੱਕ ਯੂਨੀਵਰਸਿਟੀ ਜਾਂ ਕਾਲਜ ਦਾ ਇੱਕ ਸਿਰਫ ਉਹਨਾਂ ਨੇ ਐਪਲੀਕੇਸ਼ਨ ਫਾਰਮ ਭਰਨਾ ਹੁੰਦਾ, ਤੇ ਮੇਰੇ ਖਿਆਲ ਨਾਲ ਜਦ ਤੁਸੀਂ ਇਹ ਕੰਮ ਤੁਸੀਂ ਆਪਣੇ ਆਪ ਕਰ ਸਕਦੇ ਹੋ, ਜੋ ਮੇਰੇ ਖਿਆਲ ਹਰ ਇੱਕ ਬੰਦਾ ਕੰਮ ਇੱਕ ਐਪਲੀਕੇਸ਼ਨ ਫਾਰਮ ਭਰ ਸਕਦਾ ਹੈਗਾ, ਤੇ ਤੁਸੀਂ ਇਹ ਕੰਮ ਤੁਸੀਂ ਜਾਂ ਆਪਣੇ ਆਪ ਕਰੋ ਤੇ ਉਹਦੇ ਨਾਲ ਮੇਰੇ ਖਿਆਲ ਤੁਹਾਡਾ ਤੁਸੀਂ ਕਾਫੀ ਮਨੀ ਸੇਵ ਕਰ ਸਕਦੇ ਹੈਗੇ, ਤੇ ਤੁਹਾਨੂੰ ਫਸਟ ਹੈਂਡ ਐਕਸਪੀਰੀਅੰਸ ਵੀ ਮਿਲਦਾ ਹੈਗਾ। ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਗਾਈਡੈਂਸ ਚਾਹੀਦੀ ਹੈਗੀ ਆ, ਜਿਹੜੇ ਸਟੂਡੈਂਟ ਵੀਜ਼ਾ ਤੇ ਇੱਥੇ ਆਏ ਹੋਏ ਨੇ ਆਲਰੇਡੀ ਯੂਕੇ ਵਿੱਚ, ਜਾਂ ਫਿਰ ਕਿਸੇ ਨੇ ਇੰਡੀਆ ਜਾਂ ਕਿਸੇ ਹੋਰ ਮੁਲਕ ਤੋਂ ਆਉਣਾ ਹੈਗਾ, ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਗਾਈਡੈਂਸ ਚਾਹੀਦੀ ਹੈਗੀ ਹੈ ਕਾਲਜ ਬਾਰੇ, ਯੂਨੀਵਰਸਿਟੀ ਬਾਰੇ, ਕਿੱਦਾਂ ਐਪਲੀਕੇਸ਼ਨ ਫਾਰਮ ਭਰਨਾ ਹੈਗਾ, ਕਿੰਨੀਆਂ ਫੀਸਾਂ ਹੁੰਦੀਆਂ ਨੇ, ਕੀ ਪ੍ਰੋਸੈਸ ਹੈਗਾ, ਕਿੰਨਾ ਟਾਈਮ ਲੱਗਦਾ ਹੈਗਾ, ਤੇ ਤੁਸੀਂ ਸਾਨੂੰ ਫੋਨ ਕਰਕੇ ਜਾਂ ਟੈਕਸਟ ਕਰਕੇ ਪੁੱਛ ਸਕਦੇ ਹੈਗੇ ਹੋ। ਤੇ ਅਸੀਂ ਵੀ ਆਰ ਮੋਰ ਦੈਨ ਵੈਲਕਮ ਕਿ ਅਸੀਂ ਤੁਹਾਡੀ ਜਿੱਦਾਂ ਦੀ ਵੀ ਗਾਈਡੈਂਸ ਹੈਗੀ ਆ, ਕਿੱਦਾਂ ਦੀ ਹੈਲਪ ਹੋ ਸਕਦੀ ਹੈ, ਅਸੀਂ ਤੁਹਾਡੀ ਗੱਲ ਕਰ ਸਕਦੇ ਹਾਂ। ਬਿਲਕੁਲ ਜੀ, ਬਿਲਕੁਲ ਜੀ। ਤੁਹਾਡਾ ਜਿਹੜਾ ਮੈਸੇਜ ਜਿਹੜਾ ਹੈਗਾ ਆ ਸਾਰਿਆਂ ਤੱਕ ਪਹੁੰਚ ਗਿਆ, ਤੇ ਆਖਰ ਦੇ ਵਿੱਚ ਸਾਂਝਾ ਪੰਜਾਬ ਦੇ ਵਿਹੜੇ ਦੇ ਵਿੱਚ ਆ ਕੇ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ, ਬਹੁਤ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ, ਬਹੁਤ ਅੱਛੀ। ਅਸੀਂ ਬੜਾ ਪ੍ਰਾਊਡ ਫੀਲ ਕਰ ਰਹੇ ਹਾਂ ਕਿ ਅਸੀਂ ਆਪਣਾ ਜੋ ਸਾਡੇ ਅੰਦਰ ਹੈ, ਸਾਡੀ ਇਨਫੋਰਮੇਸ਼ਨ ਅਸੀਂ ਸਾਰੇ ਲੋਕਾਂ ਤੱਕ ਜਾ ਰਹੀ ਹੈ, ਲੋਕਾਂ ਨੂੰ ਉਹਦਾ ਕੁਛ ਨਾ ਕੁਛ ਕਿਧਰੇ ਨਾ ਕਿਧਰੇ ਫਾਇਦਾ ਹੋ ਰਿਹਾ ਹੈ। ਦੇਖੋ ਜੀ, ਅਸੀਂ ਇੱਕ ਉਪਰਾਲਾ ਕੀਤਾ ਹੈਗਾ ਕਮਿਊਨਿਟੀ ਦੀ ਸੇਵਾ ਕਰਨ ਵਾਸਤੇ। ਅਸੀਂ ਲਾਸਟ ਟਾਈਮ ਜਦੋਂ ਮੈਂ ਆਇਆ ਸੀ ਟਿਊਜ਼ਡੇ ਨੂੰ ਚੈਨਲ ਤੇ ਮੈਂ ਦੱਸਿਆ ਸੀ ਕਿ ਅਸੀਂ ਇੱਕ YouTube ਚੈਨਲ ਸਟਾਰਟ ਕੀਤਾ, ਸਾਡੀ ਪੂਰੀ ਨੌਨ ਟੀਚਰਸ ਦੀ ਟੀਮ ਹੈਗੀ ਹੈ ਜੋ ਕਿ ਯੂਕੇ ਕੁਆਲੀਫਾਈਡ ਹੈਗੇ ਨੇ, ਤੇ ਉਹ ਅਸੀਂ ਇੱਕ ਉਪਰਾਲਾ ਕੀਤਾ, ਤੇ ਸਾਂਝਾ ਪੰਜਾਬ ਨੇ ਸਾਨੂੰ ਬਹੁਤ ਮਦਦ ਕੀਤੀ ਹੈਗੀ ਹੈ, ਸਾਡਾ ਇਹ ਮੈਸੇਜ ਲੋਕਾਂ ਤੱਕ ਪਹੁੰਚਾਇਆ ਹੈਗਾ, ਤੇ ਅਸੀਂ ਬਹੁਤ ਧੰਨਵਾਦ ਹੈਗੇ ਸਾਂਝਾ ਪੰਜਾਬ ਦੇ। ਤੇ ਮੋਸਟਲੀ ਉਸ ਸਾਨੂੰ ਖੁਦ ਨੂੰ ਮੈਨੂੰ ਇੰਨੀ ਉਮੀਦ ਨਹੀਂ ਹੈਗੀ ਸੀ ਕਿ ਸਿਰਫ ਇੱਕੋ ਸ਼ੋਅ ਤੋਂ ਬਾਅਦ ਮੈਨੂੰ ਇੰਨਾ ਜ਼ਿਆਦਾ ਵਧੀਆ ਰਿਸਪੌਂਸ ਆਏਗਾ, ਤੇ ਇਹ ਸਾਡਾ ਧੰਨਵਾਦ, ਬਹੁਤ ਬਹੁਤ ਧੰਨਵਾਦ ਹੈਗਾ ਸਾਂਝਾ ਪੰਜਾਬ ਦੀ ਪੂਰੀ ਟੀਮ ਨੂੰ ਕਿ ਸਾਡੇ ਕੋਲ ਇੰਨੇ ਮੈਸੇजेस ਆਏ ਹੈਗੇ ਆ, ਫੋਨ ਕਾਲਸ ਆਈਆਂ ਤੇ ਹੁਣ ਵੀ ਆ ਰਹੀਆਂ ਹੈਗੀਆਂ ਨੇ। ਤੇ ਮੇਰੀ ਇੱਕ ਛੋਟੀ ਅਪੋਲੋਜੀ ਹੈਗੀ ਹੈ ਜੋ ਕਿ ਸਾਡੇ ਵਿਊਵਰਸ ਇਹਨਾਂ ਦੇ ਮੈਸੇਜ ਭੇਜੇ ਜਾਂ ਸਾਨੂੰ ਈਮੇਲਸ ਭੇਜੀਆਂ ਹੈਗੀਆਂ ਨੇ, ਤੇ ਅਸੀਂ ਕੁਝ ਕੋਲ ਹਜੇ ਵਾਪਸ ਅਸੀਂ ਜਵਾਬ ਨਹੀਂ ਦਿੱਤਾ ਹੈਗਾ, ਬਟ ਤੁਸੀਂ ਬੇਫਿਕਰ ਹੋ ਜਾਓ, ਅਸੀਂ ਪੂਰਾ ਇੱਕ ਤਰਕੀਬ ਨਾਲ ਇੱਕ ਲਾਈਨ ਵਾਜ਼ ਅਸੀਂ ਸਾਰਿਆਂ ਨੂੰ ਟੈਕਸਟ ਬੈਕ ਜਾਂ ਮੈਸੇਜ ਦਾ ਈਮੇਲ ਕਰ ਰਹੇ ਹੈਗੇ ਆ। ਜਾਂ ਤੁਹਾਨੂੰ ਕਿਸੇ ਵੀ ਕਾਰਨ ਕਰਕੇ ਹੁਣ ਤੱਕ ਜਵਾਬ ਨਹੀਂ ਮਿਲਿਆ ਹੈਗਾ ਸਾਡਾ, ਤੇ ਤੁਸੀਂ ਬੇਫਿਕਰ ਹੋ ਜਾਓ, ਤੁਹਾਨੂੰ ਆਉਣ ਵਾਲੇ 1 ਜਾਂ 2 ਦਿਨਾਂ 'ਚ ਤੁਹਾਨੂੰ ਸਾਡਾ ਜਵਾਬ ਬਿਲਕੁਲ ਅਸੀਂ ਤੁਹਾਨੂੰ ਕੰਟੈਕਟ ਕਰਾਂਗੇ, ਕਿਉਂਕਿ ਇੰਨਾ ਵੋਲਿਊਮ ਸਾਡੇ ਕੋਲ ਆਇਆ ਹੈਗਾ। ਅਸੀਂ ਐਕਸਪੈਕਟ ਨਹੀਂ ਕਰ ਰਹੇ ਸੀ ਕਿ ਸਾਨੂੰ ਇੰਨਾ ਪਿਆਰ ਮਿਲੇਗਾ ਵਿਊਅਰਸ ਕਰਕੇ, ਤੇ ਇਸ ਕਰਕੇ ਅਸੀਂ ਸਾਂਝਾ ਪੰਜਾਬ ਦੀ ਪੂਰੀ ਟੀਮ ਨੂੰ ਅਸੀਂ ਦਿਲੋਂ ਧੰਨਵਾਦ ਕਰਦੇ ਹੈਗੇ ਆ ਕਿ ਉਹਨਾਂ ਨੇ ਸਾਡੀ ਗੱਲ ਲੋਕਾਂ ਤੱਕ ਪਹੁੰਚਾਈ ਹੈਗੀ ਆ। ਬਿਲਕੁਲ ਜੀ, ਬਿਲਕੁਲ। ਸਾਂਝਾ ਪੰਜਾਬ ਲਾਈਵ ਦਾ ਜਿਹੜਾ ਹੈਗਾ ਹਮੇਸ਼ਾ ਇਹੀ ਜਿਹੜਾ ਹੈਗਾ ਰਿਹਾ ਹੈਗਾ ਕੰਮ ਕਿ ਉਹ ਲੋਕਾਂ ਦੇ ਫਾਇਦੇ ਲਈ, ਆਪਣਾ ਫਾਇਦਾ ਘੱਟ ਤੇ ਲੋਕਾਂ ਦਾ ਫਾਇਦਾ ਜ਼ਿਆਦਾ ਸਾਂਝਾ ਪੰਜਾਬ ਲਾਈਵ ਸੋਚਦਾ ਆ, ਤੇ ਇਸੇ ਕਰਕੇ ਹੀ ਜਿੰਨੇ ਵੀ ਗੈਸਟ ਅਸੀਂ ਲੈ ਕੇ ਆਉਂਦੇ ਆ ਤੇ ਉਹਨਾਂ ਦੀ ਜਿਹੜੀ ਹੈਗੀ ਆ ਜਾਣਕਾਰੀ ਜਿਹੜੀ ਹੈਗੀ ਆ ਲੋਕਾਂ ਨਾਲ ਸ਼ੇਅਰ ਕਰਦੇ ਆ ਕਿ ਇਸ ਚੀਜ਼ ਦਾ ਵੱਧ ਤੋਂ ਵੱਧ ਲੋਕੀ ਫਾਇਦਾ ਚੱਕਣ। ਸਾਂਝਾ ਪੰਜਾਬ ਦੇ ਨਾਲ ਤੇ ਇੱਕ ਪਰਿਵਾਰ ਦੇ ਨਾਲ ਜੁੜਦੇ ਨੇ, ਲੋਕੀ ਜੁੜਦੇ ਨੇ, ਪਰ ਜਿਹੜਾ ਫਾਇਦਾ ਜਿਹੜਾ ਹੈਗਾ ਆ ਸਾਂਝਾ ਪੰਜਾਬ ਜਰੀਏ ਜਿਹੜਾ ਹੈਗਾ ਆ ਉਹਨਾਂ ਲੋਕਾਂ ਦਾ ਫਾਇਦਾ ਹੁੰਦਾ ਆ ਕਿ ਜਿਹੜੇ ਇਸ ਘਬਰਾਹਟ ਦੇ ਵਿੱਚ ਹੀ ਰਹਿੰਦੇ, ਯਾਨੀ ਕਿ ਅਸੀਂ ਕੀ ਕਰਾਂਗੇ ਫਿਊਚਰ ਵਿੱਚ, ਅਸੀਂ ਕੀ ਕਰਾਂਗੇ, ਫਿਊਚਰ ਪਲਾਨ ਤੇ ਉਹਨਾਂ ਦੇ ਦਿਮਾਗ 'ਚ ਹੁੰਦੇ ਨੇ,
ਪਰ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਉਹਨਾਂ ਦੀ ਜਿਹੜੀ ਸੋਚਣੀ ਜਿਹੜੀ ਹੈਗੀ ਸ਼ਕਤੀ ਜਿਹੜੀ ਹੈਗੀ ਹੈ ਘੱਟ ਹੋ ਜਾਂਦੀ ਹੈ। ਇਸ ਕਰਕੇ ਇਹ ਸਾਂਝਾ ਪੰਜਾਬ ਨੇ ਜਿਹੜਾ ਇਹ ਉਪਰਾਲਾ ਕੀਤਾ, ਇਹ ਇਕੱਲਾ ਰਣਜੀਤ ਸਿੰਘ ਦਾ ਨਹੀਂ, ਇਹ ਸਾਰਾ ਚੈਨਲ ਜਿਹੜਾ ਹੈਗਾ ਆ ਹਰੇਕ ਦਾ ਹੀ ਹੈ। ਇਸ ਨੂੰ ਚਲਾਉਣ ਵਾਲੇ ਤਾਂ ਬੇਸ਼ੱਕ ਸਾਡੇ ਜਿਹੜੇ ਹੈਗੇ ਆ ਟੀਮ ਮੈਂਬਰ ਜਿਹੜੇ ਹੈਗੇ ਸੁਰਿੰਦਰ ਸਿੰਘ ਜੀ, ਆਨੰਦ, ਐਸ ਚਾਨਾ, BH ਚੱਠਾ ਸਾਹਿਬ ਤੇ ਹੋਰ ਵੀ ਜਿਹੜੇ ਹੈਗੇ ਨੇ ਜਿਹੜੇ ਇਸ ਚੈਨਲ ਨੂੰ ਰਨ ਕਰ ਰਹੇ ਨੇ, ਨਾਲ ਮੇਰੇ ਮਦਦ ਕਰ ਰਹੇ ਨੇ। ਤੇ ਮੈਨੂੰ ਤਾਂ ਸਿਰਫ ਉਹਨਾਂ ਨੇ ਹੋਸਟ ਬਣਾਇਆ ਹੋਇਆ ਕਿ ਤੂੰ ਮਤਲਬ ਕਿ ਇਸ ਚੀਜ਼ ਨੂੰ ਚੰਗੀ ਤਰ੍ਹਾਂ ਚਲਾਉਣਾ ਹੈਗਾ, ਲੋਕਾਂ ਦੇ ਨਾਲ ਇੰਟਰਵਿਊ ਵਗੈਰਾ ਕਰਨੀ ਹੈਗੀ ਆ ਤੇ ਲੋਕਾਂ ਦੀ ਜਾਣਕਾਰੀ ਜਿਹੜੀ ਹੈਗੀ ਆ, ਜਿਹੜੇ ਗੈਸਟ ਆਉਂਦੇ ਨੇ ਉਹਨਾਂ ਦੀ ਜਾਣਕਾਰੀ ਹੈਗੀ ਲੋਕਾਂ ਤੱਕ ਪਹੁੰਚਾਉਣੀ ਹੈ ਕਿ ਲੋਕਾਂ ਦਾ ਜਿਹੜਾ ਹੈਗਾ ਆ ਵੱਧ ਤੋਂ ਵੱਧ ਜਿਹੜਾ ਹੈਗਾ ਆ। ਜੇ ਕਹਿੰਦੇ ਹੁੰਦੇ ਨਾ ਕਿ ਅਸੀਂ ਗੁਰਦੁਆਰੇ ਜਾ ਕੇ ਅਰਦਾਸ ਕਰਦੇ ਆ ਕਿ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਸਰਬੱਤ ਦਾ ਭਲਾ ਜਿਹੜਾ ਹੈਗਾ ਅਸਲ ਦੇ ਵਿੱਚ ਇਹ ਚੀਜ਼ ਹੈ ਕਿ ਅਸੀਂ ਜਦੋਂ ਲੋਕਾਂ ਦਾ ਭਲਾ ਕਰਨ ਵਾਸਤੇ ਲੋਕਾਂ ਨੂੰ ਇੱਕ ਦੂਜੇ ਨਾਲ ਜੋੜਦੇ ਆ, ਲੋਕਾਂ ਦੇ ਨਾਲ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਆ, ਤੁਹਾਡੀ ਜਾਣਕਾਰੀ ਜਿਹੜੀ ਹੈਗੀ ਲੋਕਾਂ ਤੱਕ ਪਹੁੰਚਾਉਂਦੇ ਆ, ਇਹੀ ਜਿਹੜਾ ਹੈਗਾ ਸਰਬੱਤ ਦਾ ਭਲਾ, ਅਸਲੀ ਜਿਹੜਾ ਹੈਗਾ ਭਲਾ ਇਹ ਆ। ਤੇ ਅਸੀਂ ਤੇ ਇਹੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਤੁਹਾਨੂੰ ਤੇ ਜਿੰਨੇ ਵੀ ਇਸ ਵੇਲੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ ਸਾਰਿਆਂ ਨੂੰ ਹੀ ਹਮੇਸ਼ਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ, ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਪਿਆਰ ਇਤਫਾਕ ਬਖਸ਼ਿਸ਼ ਕਰੇ। ਤੇ ਨਾਲ ਹੀ ਮੈਂ ਤੁਹਾਡਾ ਵੀ ਜਗਜੀਤ ਸਿੰਘ ਜੀ ਤੁਹਾਡਾ ਵੀ ਧੰਨਵਾਦ ਕਰਦਾ, ਮੀਨਾਕਸ਼ੀ ਜੀ ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਕੀਮਤੀ ਟਾਈਮ ਚੋਂ ਟਾਈਮ ਕੱਢ ਕੇ ਇਹ ਸਾਂਝਾ ਪੰਜਾਬ ਦੇ ਵਿਹੜੇ ਦੇ ਵਿੱਚ ਆਏ ਹੋ, ਆਪਣੀ ਜਾਣਕਾਰੀ ਜਿਹੜੀ ਹੈਗੀ ਆ ਲੋਕਾਂ ਦੇ ਨਾਲ ਸ਼ੇਅਰ ਕੀਤੀ ਆ। ਤੇ ਅਸੀਂ ਪ੍ਰਮਾਤਮਾ ਕੋਲੋਂ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਜਿਹੜਾ ਤੁਸੀਂ ਇਹ ਮਿਸ਼ਨ ਲੈ ਕੇ ਤੁਰੇ ਹੋਏ ਹੋ, ਇਹ ਪ੍ਰਮਾਤਮਾ ਤੁਹਾਡਾ ਇਹ ਮਿਸ਼ਨ ਜਿਹੜਾ ਹੈਗਾ ਆ ਜਲਦੀ ਤੋਂ ਜਲਦੀ ਜਿਹੜਾ ਹੈਗਾ ਇਸ ਨੂੰ ਹੋਰ ਵੱਡਾ ਕਰੇ ਤੇ ਲੋਕਾਂ ਦੀ ਜਿਹੜੀ ਹੈਗੀ ਆ ਭਲਾਈ ਬਾਰੇ ਜੋ ਤੁਸੀਂ ਸੋਚਿਆ ਹੈਗਾ, ਲੋਕਾਂ ਬਾਰੇ ਤੁਸੀਂ ਸੋਚਿਆ ਹੈਗਾ, ਇਸ ਤਰ੍ਹਾਂ ਹੀ ਤੁਸੀਂ ਉਹਨਾਂ ਦੀ ਜਿਹੜੀ ਹੈਗੀ ਆ ਮਦਦ ਜਿਹੜੀ ਹੈਗੀ ਕਰਦੇ ਰਹੋ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਾਂਝੇ ਜਗਜੀਤ ਸਿੰਘ ਜੀ ਤੇ ਉਹਨਾਂ ਦੀ ਪਤਨੀ ਮੀਨਾਕਸ਼ੀ ਜੀ, ਜਿਨ੍ਹਾਂ ਨੇ ਟਿਊਸ਼ਨ ਕਲਾਸਾਂ ਜਿਹੜੀਆਂ ਹੈਗੀਆਂ ਨੇ ਸ਼ੁਰੂ ਕੀਤੀਆਂ ਹੋਈਆਂ ਨੇ, ਕਾਫੀ ਚਿਰਾਂ ਤੋਂ ਸ਼ੁਰੂ ਕੀਤੀਆਂ ਹੋਈਆਂ ਨੇ, ਹੁਣ ਕਾਫੀ ਇੰਪਰੂਵ ਕੀਤਾ ਹੋਇਆ ਇਸ ਚੀਜ਼ ਦੇ ਵਿੱਚ ਕਿ ਉਹਨਾਂ ਨੇ ਲਾਈਫ ਇਨ UK ਜਿਹੜਾ ਹੈਗਾ ਟੈਸਟ ਉਹ ਵੀ ਜਿਹੜਾ ਹੈਗਾ ਆ ਆਪਣੇ ਜਿਹੜੇ ਹੈਗੇ ਕੋਚਿੰਗ ਸੈਂਟਰ ਦੇ ਵਿੱਚ ਸ਼ੁਰੂ ਕੀਤੇ ਨੇ। ਫਿਰ ਡਰਾਈਵਿੰਗ ਥਿਊਰੀ ਟੈਸਟ ਵੀ ਜਿਹੜਾ ਹੈਗਾ ਆ ਉਹਨਾਂ ਨੇ ਸ਼ੁਰੂ ਕੀਤੇ ਹੋਏ ਨੇ। ਹੋਰ ਛੋਟੇ ਬੱਚਿਆਂ ਨੂੰ, ਵੱਡੇ ਬੱਚਿਆਂ ਨੂੰ, ਜਾਂ ਜਿਨ੍ਹਾਂ ਨੇ ਗ੍ਰਾਮਰ ਸਕੂਲ ਦੇ ਵਿੱਚ ਦਾਖਲਾ ਲੈਣਾ ਹੈਗਾ ਆ ਉਹਨਾਂ ਵਾਸਤੇ ਜਿਹੜੀਆਂ ਹੈਗੀਆਂ ਕਲਾਸਾਂ ਜਿਹੜੀਆਂ ਹੈਗੀਆਂ ਨੇ ਉਹ ਸ਼ੁਰੂ ਕੀਤੀਆਂ ਨੇ। ਇੰਗਲਿਸ਼ ਸਪੀਕਿੰਗ ਕੋਰਸ ਦੀਆਂ ਜਿਹੜੀਆਂ ਹੈਗੀਆਂ ਕਲਾਸਾਂ ਸ਼ੁਰੂ ਕੀਤੀਆਂ ਹੋਈਆਂ ਨੇ। ਇਹ ਮਤਲਬ ਕਿ ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਚੀਜ਼ਾਂ ਦੀ ਜਿਹੜੀ ਹੈਗੀ ਆ ਤਿਆਰੀ ਕਰਾਉਂਦੇ ਨੇ। ਇਹ ਜਿਨ੍ਹਾਂ ਨੇ A ਲੈਵਲ ਕਰਨਾ ਆ ਜਾਂ ਲਾਈਫ ਇਨ UK ਟੈਸਟ ਪਾਸ ਕਰਨਾ ਆ ਉਹਨਾਂ ਦੀ ਕੋਚਿੰਗ ਦਿੰਦੇ ਨੇ। ਤੇ ਬਹੁਤ ਵਧੀਆ ਜਿਹੜਾ ਹੈਗਾ ਉਪਰਾਲਾ ਹੈ ਇਹਨਾਂ ਦਾ, ਤੇ ਸਾਂਝਾ ਪੰਜਾਬ ਵੱਲੋਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ। ਤੇ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ? ਕਿਉਂਕਿ ਪ੍ਰੋਬਲਮਾਂ ਥੋੜੀਆਂ ਜੀਆਂ ਆ ਰਹੀਆਂ ਨੇ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਨੇ, ਕਿ ਸਾਨੂੰ ਇੰਟਰਨੈਟ ਦੀ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਆ ਫੇਸ ਕਰਨੀ ਪੈਂਦੀ ਹੈ, ਤੇ ਉਹ ਹੱਥ ਜੋੜ ਕੇ ਮਾਫੀ ਵੀ ਮੰਗਦੇ ਆ। ਤੇ ਬਾਕੀ ਜਿਹੜਾ ਹੈਗਾ ਆ ਅਸੀਂ ਟਾਰਗੇਟ ਜਿਹੜਾ ਹੈਗਾ ਆ ਆਪਣੀ ਪਿਕਚਰ ਜਾਂ ਇਹਦੇ ਤੇ ਨਹੀਂ ਰੱਖਿਆ ਹੋਇਆ, ਅਸੀਂ ਆਪਣਾ ਟਾਰਗੇਟ ਜਿਹੜਾ ਰੱਖਿਆ ਆਪਣੀਆਂ ਗੱਲਾਂ ਤੇ ਰੱਖਿਆ ਹੋਇਆ ਕਿ ਸਾਡੀਆਂ ਗੱਲਾਂ ਜਰੀਏ ਤੁਹਾਡੀ ਜਿਹੜੀ ਹੈਗੀ ਆ ਉਹ ਮਦਦ ਹੋ ਸਕੇ। ਇਸ ਕਰਕੇ ਸਾਡੀ ਜਿਹੜੀ ਆਵਾਜ਼ ਜਿਹੜੀ ਹੈਗੀ ਆ ਉਹ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈਗੀ ਆ। ਬਹੁਤ ਪਿਆਰ ਜਿਹੜਾ ਹੈਗਾ ਸਾਂਝਾ ਪੰਜਾਬ ਲਾਈਵ ਨੂੰ ਜਿਹੜਾ ਹੈਗਾ ਆ ਤੁਸੀਂ ਦੇ ਰਹੇ ਹੋ। ਆਪਣਾ ਪਿਆਰ ਜਿਹੜਾ ਹੈਗਾ ਕਮੈਂਟਾਂ ਜਰੀਏ, ਆਪਣਾ ਆਸ਼ੀਰਵਾਦ ਜਿਹੜਾ ਹੈਗਾ ਆ ਫੋਨ ਕਾਲਾਂ ਜਰੀਏ ਤੁਸੀਂ ਸਾਡੇ ਤੱਕ ਪਹੁੰਚਾਉਂਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਇਸੇ ਤਰ੍ਹਾਂ ਹੀ ਤੁਸੀਂ ਸਾਂਝਾ ਪੰਜਾਬ ਦੇ ਨਾਲ ਜੁੜੇ ਰਹੋ, ਹਮੇਸ਼ਾ ਹੀ ਸਾਂਝਾ ਪੰਜਾਬ ਤੁਹਾਡੇ ਨਾਲ ਜੁੜਿਆ ਰਹੇ। ਇਕਜੁੱਟ ਹੋ ਕੇ ਅਸੀਂ ਪੂਰੀ ਹੀ ਖਲਕਤ ਦੀ ਜਿਹੜੀ ਹੈਗੀ ਆ ਮਦਦ ਕਰ ਸਕੀਏ, ਤਾਂ ਜੋ ਇੱਕ ਸੋਹਣਾ ਸਮਾਜ ਜਿਹੜਾ ਹੈਗਾ ਅਸੀਂ ਸਿਰਜ ਸਕੀਏ। ਜੋ ਪ੍ਰਮਾਤਮਾ ਨੇ ਸਾਨੂੰ ਬਲ ਬੁੱਧੀ ਬਖਸ਼ਿਸ਼ ਕੀਤੀ ਹੈਗੀ ਆ, ਉਸ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਨੂੰ ਜਿਹੜੇ ਹੈਗੀ ਲੋਕਾਂ ਦੇ ਵਿੱਚ ਫੈਲਾ ਕੇ ਇੱਕ ਸੋਹਣਾ ਜਿਹੜਾ ਹੈਗਾ ਗੁਲਦਸਤਾ ਜਿਹੜਾ ਹੈਗਾ ਆ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਭੇਂਟ ਕਰ ਸਕੀਏ, ਜਿਹੜੀ ਪ੍ਰਮਾਤਮਾ ਨੇ ਸਾਡੇ ਤੋਂ ਕੀਤੀ ਹੋਈ ਸੀ। ਕਿ ਪ੍ਰਮਾਤਮਾ ਨੇ ਜੇ ਦੁਨੀਆ ਬਣਾਈ ਸੀ ਤਾਂ ਪ੍ਰਮਾਤਮਾ ਨੇ ਇਹ ਕਿਹਾ ਸੀ ਕਿ ਹਮੇਸ਼ਾ ਹੀ ਤੁਸੀਂ ਗੁਲਾਬ ਦੇ ਫੁੱਲ ਵਾਂਗੂ ਖਿੜੇ ਰਹੋ। ਗੁਲਾਬ ਦੇ ਫੁੱਲ ਦੀ ਮਹਿਕ ਜਿੱਦਾਂ ਹੈਗੀ ਆ ਲੋਕਾਂ ਨੂੰ ਆਪਣੇ ਵੱਲ ਨੂੰ ਅਟਰੈਕਟ ਕਰਦੀ ਹੈ, ਇਸੇ ਤਰ੍ਹਾਂ ਹੀ ਤੁਸੀਂ ਗੁਲਾਬ ਦੇ ਫੁੱਲ ਵਾਂਗੂ ਖਿੜ ਕੇ ਆਪਣੀ ਮਹਿਕ ਜਰੀਏ ਹਰੇਕ ਨੂੰ ਆਪਣੇ ਵੱਲ ਨੂੰ ਅਟਰੈਕਟ ਕਰੋ, ਤਾਂ ਜੋ ਸੋਹਣਾ ਇੱਕ ਜਿਹੜਾ ਹੈਗਾ ਦੁਨੀਆ ਜਿਹੜੀ ਹੈਗੀ ਆ ਬਣ ਸਕੇ, ਵੈਰ ਵਿਰੋਧ ਤੋਂ ਦੂਰ ਹੋ ਸਕੇ। ਇਸ ਕਰਕੇ ਇਹੀ ਸਾਂਝਾ ਪੰਜਾਬ ਲਾਈਵ ਦਾ ਹਮੇਸ਼ਾ ਟਾਰਗੇਟ ਇਹੀ ਰਿਹਾ ਹੈਗਾ ਕਿ ਤੁਹਾਨੂੰ ਇੱਕ ਗੁਲਦਸਤੇ ਦੇ ਵਿੱਚ ਹੀ, ਇੱਕ ਮਾਲਾ ਦੇ ਵਿੱਚ ਪਰੋ ਕੇ
ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਪੇਸ਼ ਕੀਤਾ ਜਾਵੇ। ਇਹੀ ਹਮੇਸ਼ਾ ਹੀ ਸਾਂਝਾ ਪੰਜਾਬ ਵੱਲੋਂ ਜਿਹੜੀ ਹੈਗੀ ਆ ਇੱਕ ਅਰਦਾਸ ਬੇਨਤੀ ਜਿਹੜੀ ਹੈਗੀ ਕੀਤੀ ਜਾਂਦੀ ਹੈ। ਪ੍ਰੋਗਰਾਮ ਕਿਹੋ ਜਿਹਾ ਲੱਗਾ ਆਪਣੇ ਕਮੈਂਟਾਂ ਜਰੀਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਓ ਤੇ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।